ਭਾਜਪਾ ਦੇ ਹਰਜੀਤ ਗਰੇਵਾਲ ਦੀ ਗੱਲ ਕੀਤੀ ਜਾਵੇ, ਮੇਰੇ ਨਾਲ ਇੰਟਰਵਿਊ ਦੌਰਾਨ ਵੀ ਉਹ ਇਹ ਗੱਲ ਕਹਿ ਰਹੇ ਸੀ ਕਿ ਜਿਹੜੇ ਕਿਸਾਨ ਲੀਡਰ ਨੇ ਉਹ ਕਿਸਾਨ नहीं, किसान असल वो ने ਜਿਹੜੇ ਸੜਕਾਂ ਤੇ ਬੈਠੇ ਨੇ, क्योंकि किसान लीडर ਤਾਂ ਕਹਿੰਦੇ ਸਾਡੇ ਕੋਲ ਵੀ ਆਉਂਦੇ ਨੇ, दारू ਸ਼ੁਰੂ ਪੀਂਦੇ ਨੇ, ਮੁਰਗਾ ਖਾਂਦੇ ਨੇ, ਬੱਕਰੇ ਬੁਲਾਉਂਦੇ ਨੇ। ਕਿਉਂ ਨਹੀਂ ਬੈਠੇ ਹੈਗੇ? ਅਸੀਂ ਘਰ-ਬਾਰ ਛੱਡੀ ਬੈਠੇ ਹਾਂ, ਸਾਡੇ ਵੀ ਬੱਚੇ ਨੇ। ਸਾਨੂੰ ਵੀ ਰੋਜ਼ ਫੋਨ ਆਉਂਦੇ ਸੀ ਵੀ ਕਰੋਨਾ ਹੋ ਜੂ, ਆਹ ਹੋ ਜੂ, ਬਿਮਾਰ ਵੀ ਅਸੀਂ ਟਾਈਫਾਈਡ ਵੀ ਹੋਏ ਆ, ਸਾਡੇ ਲੀਡਰ ਬਿਮਾਰ ਵੀ ਹੋਏ ਨੇ, ਠੰਡਾਂ ਦੇ ਵਿੱਚ ਉਵੇਂ ਪਾਣੀਆਂ 'ਚ ਬੈਠੇ ਹਾਂ ਅਸੀਂ। ਨਰਿੰਦਰ ਤੋਮਰ ਦਾ ਬਿਆਨ ਪਹਿਲਾਂ ਵੀ ਆਇਆ ਸੀ, ਹੁਣ ਵੀ ਆਇਆ ਕਿ ਅਸੀਂ ਤਾਂ ਅੱਧੀ ਰਾਤ ਨੂੰ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਪਰ ਕਾਨੂੰਨ ਰੱਦ ਨਹੀਂ ਹੋਣਗੇ। ਰੱਦ ਕਿਉਂ ਨਹੀਂ ਹੋਣਗੇ ਕਾਨੂੰਨ? ਕੋਵਿਡ ਦੇ ਵਿੱਚ ਤੁਸੀਂ ਇਹ ਕਰੋਨੇ ਦੀ ਆੜ ਥੱਲੇ ਵੀ ਕਿਸੇ ਨੇ ਬੋਲਣਾ ਨਹੀਂ, ਉਹਦੇ 'ਚ ਪਾਰਲੀਮੈਂਟ 'ਚ ਪਾਸ ਕਰਾ ਲਏ, ਧੱਕੇ ਨਾਲ ਰਾਜ ਸਭਾ 'ਚ ਤੁਸੀਂ ਪਾਸ ਕਰਾ ਕੇ ਸਾਡੇ ਤੇ ਇਹ ਕਾਨੂੰਨ ਥੋਪ ਦਿੱਤੇ ਆ। ਪਹਿਲਾਂ ਮੀਟਿੰਗਾਂ 'ਚ ਕਹਿੰਦੇ ਤੁਸੀਂ ਯੈਸ ਔਰ ਨੋ, ਹੁਣ ਵੀ ਕਹਿੰਦੇ ਤੁਸੀਂ ਕਾਨੂੰਨ ਰੱਦ ਤੋਂ ਹੇਠਾਂ ਕੋਈ ਗੱਲ ਨਹੀਂ ਕਰਨੀ। ਫਿਰ ਮਸਲੇ ਦਾ ਹੱਲ ਕਿਵੇਂ ਨਿਕਲੇਗਾ? ਕਿਸਾਨ ਕਹਿੰਦੇ ਅਸੀਂ ਰੱਦ ਕਰਵਾਉਣੇ ਨੇ, ਕੇਂਦਰ ਕਹਿੰਦੇ ਅਸੀਂ ਰੱਦ ਨਹੀਂ ਕਰਨੇ। ਨਹੀਂ, ਕੇਂਦਰ ਕਿਉਂ ਅੜੀ ਕਰਦਾ? ਜਿਹੜੀਆਂ ਮੰਡੀਆਂ ਦੀ ਗੱਲ ਕਰਦੇ ਆ, ਕਾਨੂੰਨ ਪਹਿਲੇ ਦੀ ਗੱਲ ਕਰਦੇ ਆ, ਪ੍ਰਾਈਵੇਟ ਮੰਡੀਆਂ 'ਚ ਗੌਰਮੈਂਟ ਦੀਆਂ ਮੰਡੀਆਂ ਖਤਮ ਕਰਤੀਆਂ, ਫਿਰ ਇਹਨਾਂ ਨੇ ਜਦ ਲਿਫਾਫਿਆਂ 'ਚ ਕਣਕ ਪੈ ਗਈ ਉਹ 100 ਰੁਪਏ ਕਿਲੋ। ਇੱਕ ਬਲਜੀਤ ਸਿੰਘ ਦਾਦੋਵਾਲ ਤੇ ਇੱਕ ਭਾਜਪਾ ਦਾ ਲੀਡਰ ਅਨਿਲ ਜੋਸ਼ੀ, ਉਹ ਕਹਿੰਦੇ ਅਸੀਂ ਵਿਚੋਲਗੀ ਕਰਨੇ ਨੂੰ ਤਿਆਰ ਹਾਂ ਜੇਕਰ ਕਿਸਾਨ ਚਾਹਣ, ਫਿਰ ਦੇਰੀ ਕਿਉਂ? ਮੈਂ ਕਿਹਾ ਸਿੰਘੂ ਬਾਰਡਰ ਤੇ ਬੈਠੀਆਂ ਜਥੇਬੰਦੀਆਂ, ਤੁਸੀਂ ਸਾਨੂੰ ਸੱਦਾ ਪੱਤਰ ਦਿਓ। ਪੰਜਾਬ ਸਰਕਾਰ ਨੂੰ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ? ਵਾਅਦਾ ਇਹੋ ਜਿਹਾ ਨਹੀਂ ਸੀ ਕਰਨਾ ਚਾਹੀਦਾ, ਜਦ ਪਤਾ ਹੀ ਸੀ ਪੰਜਾਬ ਸਰਕਾਰ ਨੂੰ, ਜਿਹੜੇ ਆਪਣੇ ਮੰਤਰੀ ਬਣੇ ਨੇ, ਫਾਈਨਾਂਸ ਮਿਨਿਸਟਰ ਵੀ ਸੀ ਉਹ ਪਹਿਲਾਂ ਤੋਂ, ਉਹਨਾਂ ਨੂੰ ਪਤਾ ਸੀ ਸਾਰਾ ਕੁਝ ਵੀ ਅਸੀਂ ਨਹੀਂ ਦੇ ਸਕਦੇ, ਸਿਰਫ ਸਾਡੀਆਂ ਵੋਟਾਂ ਬਟੋਰਨ ਲਈ ਇਹੋ ਜਿਹਾ ਉਹਨਾਂ ਨੇ ਵਾਅਦਾ ਕੀਤਾ ਜਿਹਦਾ ਵੱਡਾ ਨੁਕਸਾਨ ਕਿਸਾਨਾਂ ਨੂੰ ਹੋਇਆ। ਇੱਕ ਮਨੋਹਰ ਲਾਲ ਖੱਟਰ ਦਾ ਹੋਰ ਬਿਆਨ ਆਇਆ, ਬੜਾ ਹਾਸੋਹੀਣਾ ਵੀ ਕਹਿ ਸਕਦੇ ਹਾਂ, ਤੁਹਾਡੇ ਲਈ ਸ਼ਾਇਦ ਇਹ ਬੜਾ ਹੈਰਾਨੀਜਨਕ ਵੀ ਹੋਵੇ। ਉਹ ਕਹਿ ਰਹੇ ਜਿਹੜੇ ਕਿਸਾਨ ਧਰਨੇ 'ਚ ਬੈਠੇ ਨੇ ਉਹ ਜਿਹੜੀ ਨੇੜੇ ਤੇੜੇ ਔਰਤਾਂ ਰਹਿੰਦੀਆਂ ਨੇ ਉਹਨਾਂ 'ਤੇ ਮਾੜੀ ਨਜ਼ਰ ਰੱਖ ਰਹੇ ਨੇ। ਪੰਜਾਬੀ ਤਾਂ ਜੇ ਕੋਈ ਕਿਸੇ ਦੀ ਧੀ ਭੈਣ ਨੂੰ ਕੋਈ ਮਾੜਾ ਸੜਕ ਤੇ ਜਾਂਦਾ ਕਹਿ ਦੇਵੇ ਤਾਂ ਉਹ ਢਾਲੂਗਾ ਪੰਜਾਬੀ। ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਗੱਲਾਂ, ਇਹ ਗੱਲਾਂ ਗਲਤ ਨੇ, ਜਾਣ ਕੇ ਰੰਗਤ ਇਹ ਦਿੱਤੀ ਜਾ ਰਹੀ ਆ। ਕਦੇ ਕਹਿੰਦੇ ਨੇ ਇੱਕ ਕੌਲ ਦੀ ਦੂਰੀ ਤੇ, ਦੂਜੇ ਪਾਸੇ ਪ੍ਰਧਾਨ ਜਿਹੜੇ ਭਾਜਪਾ ਦੇ ਅਸ਼ਵਨੀ ਸ਼ਰਮਾ ਉਹ ਕਹਿੰਦੇ ਨੇ ਕਿ ਦਰਵਾਜ਼ੇ ਖੁੱਲ੍ਹੇ ਨੇ, ਤੇ ਤੀਜੇ ਪਾਸੇ ਦੇਖਿਆ ਜਾਵੇ ਤੋਮਰ ਜੀ ਕਹਿੰਦੇ ਨੇ ਅੱਧੀ ਰਾਤ ਨੂੰ ਗੱਲਬਾਤ ਕਰਨ ਲਈ ਤਿਆਰ ਆ। ਨਹੀਂ, ਫਿਰ ਸ਼ਰਤਾਂ ਲਾਉਣ ਦੀ ਕੀ ਲੋੜ ਆ? ਅਸੀਂ ਤਾਂ ਤਿਆਰ ਹਾਂ, ਕਾਨੂੰਨ ਰੱਦ ਨਹੀਂ ਹੋਣਗੇ, ਆ ਜਾਓ, ਇਹ ਗੱਲ ਕਹਿਣ ਦੀ ਕੀ ਲੋੜ ਆ? ਲੱਖਾ ਸਿਧਾਣਾ ਜਿਹੜਾ ਕਹਿੰਦਾ ਸੀ ਮੈਂ ਸਟੇਜ ਤੇ ਵੀ ਜਾਊਂਗਾ, ਰੁਲਦੂ ਸਿੰਘ ਮਾਨਸਾ ਨੇ ਵੀ ਕਿਹਾ ਸੀ ਸਾਡੀ ਸਟੇਜ ਦੇ ਉੱਤੇ ਲੱਖਾ ਸਿਧਾਣਾ ਆ ਕੇ ਬੋਲਣ, ਕੋਈ ਹੱਥ ਵੀ ਨਹੀਂ ਲਾ ਸਕਦਾ ਉਦੋਂ, ਤੇ ਹੁਣ ਲੱਖਾ ਸਿਧਾਣਾ ਨਜ਼ਰ ਨਹੀਂ ਆਉਂਦੇ ਕਿਸਾਨ ਮੋਰਚੇ 'ਚ। ਅਸੀਂ ਤਾਂ ਸਭ ਦਾ ਸਵਾਗਤ ਕਰਦੇ ਹਾਂ, ਕੋਈ ਆ ਜਾਵੇ ਮੋਰਚਾ ਲੈ ਕੇ। ਫਿਰ ਕਹਿੰਦੇ ਸੀ ਲੋਕ ਜਾਣਾ, ਪਾਰਲੀਮੈਂਟ ਜਾਣਾ, ਜਿਨ੍ਹਾਂ ਨੇ ਜਾਣਾ, ਅਸੀਂ ਤਾਂ ਕਹਿੰਦੇ ਚੱਲ ਦੇਖੋ, ਇੱਕ ਸੜਕ ਅੱਡ ਮੰਨ ਲਓ। ਇੱਕ ਹੁੱਕਾ ਇਹ ਵੀ ਦਿੱਤਾ ਸੀ ਕਿ ਜੋ ਕਿਸਾਨਾਂ ਦੇ ਨਾਲ ਖੜੇਗਾ ਉਹੀ ਪਿੰਡਾਂ ਦੇ ਵਿੱਚ ਵੜੇਗਾ। ਫਿਰ ਤੋਂ ਸੰਯੁਕਤ ਮੋਰਚੇ ਦੇ ਵੱਲੋਂ ਇੱਕ ਐਲਾਨ ਵੀ ਕੀਤਾ ਗਿਆ। ਤੁਸੀਂ ਭਾਜਪਾ ਦੇ ਦੇਖੋ ਪੰਜਾਬ 'ਚ ਕੁਛ ਲੀਡਰ, ਜੇ ਅਸੀਂ ਵਿਰੋਧ ਤਾਂ ਨਹੀਂ ਕਰਦੇ, ਇਹ ਚੁੱਪ ਕਰਕੇ ਤੁਰੇ ਫਿਰਦੇ, ਇਹਨਾਂ ਨੂੰ ਅਹਿਸਾਸ ਕਿਵੇਂ ਹੁੰਦਾ? ਕਿਸਾਨ ਇਹ ਗੱਲ ਕਹਿੰਦੇ ਸੀ ਅਕਸਰ ਕਿ ਇਹ ਅੰਦੋਲਨ ਹੁਣ ਤੱਕ ਤਾਂ ਸਿਖਰਾਂ ਤੇ ਪਹੁੰਚਿਆ ਹੋਇਆ ਜੇ ਸਿਆਸੀ ਲੀਡਰ ਨਹੀਂ ਇੱਥੇ ਪਹੁੰਚੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਸਿਆਸੀ ਲੀਡਰਾਂ ਨੂੰ ਵੀ ਤੁਸੀਂ ਨਾਲ ਲੈ ਕੇ ਚੱਲਦੇ ਤਾਂ ਅੱਜ ਅੰਦੋਲਨ ਦੇ ਵਿੱਚ ਕੁਝ ਹੋਰ ਰੂਪ ਰੇਖਾ ਹੋਣੀ ਸੀ? ਇਹ ਸਿਆਸੀ ਲੀਡਰ ਨਾ ਜਾਣ ਕਰਕੇ ਵਧੀਆ ਅੰਦੋਲਨ ਸਾਡਾ ਬਣਿਆ, ਇਹ ਸਾਡਾ ਸਹੀ ਫੈਸਲਾ ਸੀ। ਸਿਆਸਤਦਾਨਾਂ ਨਾਲ ਕਿਸਾਨ ਲੀਡਰਾਂ ਦੀ ਮੁਲਾਕਾਤਾਂ ਦਾ ਜਾਰੀ ਹੈ, ਜਿਵੇਂ ਰਕੇਸ਼ ਟਕੈਤ ਦੇ ਵੱਲੋਂ ਵੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ। ਆਪੋਜੀਸ਼ਨ ਇੰਨੀ ਕਮਜ਼ੋਰ ਆ ਵੀ ਉਹ ਸਾਡੇ ਨਾਲ ਖੜੇ ਨਹੀਂ ਰਹੀ। ਇੱਕ ਸਾਨੂੰ ਆਸ ਦੀ ਕਰਨ ਦਿਖੀ ਆ ਵੀ ਮਮਤਾ ਚੰਗੀ ਲੇਡੀ ਆ, ਦੇਖੋ ਤੁਸੀਂ ਕਿਵੇਂ ਚੱਪਲਾਂ ਪਾ ਕੇ ਤੁਰੀ ਫਿਰਦੀ ਆ, ਕੋਈ ਪੈਨਸ਼ਨ ਨਹੀਂ ਲੈਂਦੀ, ਇੱਕ ਮਾਡਲ ਤਾਂ ਹੈ ਨਾ ਦੇਸ਼ ਲਈ। ਤੁਸੀਂ ਯੂਪੀ ਦੇ ਵਿੱਚ ਵੀ ਪ੍ਰਚਾਰ ਕਰ ਰਹੇ ਹੋ, ਜਾ ਕੇ ਜਾਗਰੂਕ ਕਰ ਰਹੇ ਹੋ, ਪੱਛਮੀ ਬੰਗਾਲ 'ਚ ਵੀ ਕੀਤਾ, ਪੰਜਾਬ ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਨੇ, ਕਿਤੇ ਇਹ ਤਾਂ ਨਹੀਂ ਹੋਊਗਾ ਕਿ ਕਿਸਾਨ ਨਿਸ਼ਾਨਾ 2022 ਬਹਾਨਾ? ਸਿਰਫ ਤੇ ਸਿਰਫ ਸਾਨੂੰ ਤਾਂ ਜਿਵੇਂ ਉਹ ਮੱਛੀ ਦੀ ਅੱਖ ਵਾਂਗੂ ਦਿਸਦਾ, ਇਹ ਤਿੰਨ ਕਾਨੂੰਨ ਦਿਸਦੇ ਨੇ, ਇੱਕ ਇਹਨਾਂ ਤੋਂ ਬਿਨਾਂ ਅਸੀਂ ਕੋਈ ਇਹੋ ਜਿਹੀ ਗੱਲ ਸੋਚਦੇ ਵੀ ਨਹੀਂ। ਸਵਾਗਤ ਹੈ D5 ਚੈਨਲ ਪੰਜਾਬੀ ਦੇਖ ਰਹੇ तमाम ਦਰਸ਼ਕਾਂ ਦਾ। ਮੈਂ ਇਮਰਾਨ ਖਾਨ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗੱਲ ਸੱਚੀ ਹੈ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਦੇ ਉੱਤੇ ਵੱਖ-ਵੱਖ ਮਹਿਮਾਨਾਂ ਦੇ ਨਾਲ ਚਰਚਾ ਕਰਦੇ ਹਾਂ ਤੇ ਕਿਸਾਨੀ ਮਸਲਾ ਜੋ ਕਿ ਸਿਖਰਾਂ ਤੇ ਪਹੁੰਚਿਆ ਹੋਇਆ, 7 ਮਹੀਨੇ ਪੂਰੇ ਹੋਣ ਵਾਲੇ ਨੇ, ਪਰ ਹਾਲੇ ਤੱਕ ਕੇਂਦਰ ਦੇ ਵੱਲੋਂ ਮਸਲੇ ਦਾ ਹੱਲ ਨਹੀਂ ਕੱਢਿਆ ਜਾ ਰਿਹਾ। ਗੱਲਬਾਤ ਕਰਾਂਗੇ। ਚਰਚਾ ਕਰਨ ਦੇ ਲਈ ਸਾਡੇ ਨਾਲ ਮੁੱਖ ਮਹਿਮਾਨ ਮੌਜੂਦ ਨੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸਕੱਤਰ ਹਰਿੰਦਰ ਲੱਖੋਵਾਲ। ਲੱਖੋਵਾਲ ਸਾਹਿਬ, ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਧੰਨਵਾਦ ਜੀ। D5 ਚੈਨਲ ਦੇਖਣ ਵਾਲੇ ਸਰੋਤਿਆਂ ਦਾ ਸਾਰਿਆਂ ਦਾ ਧੰਨਵਾਦ ਜੀ। ਲੱਖੋਵਾਲ ਸਾਹਿਬ, 7 ਮਹੀਨੇ ਪੂਰੇ ਹੋਣ ਵਾਲੇ ਨੇ ਪਰ ਮਸਲੇ ਦਾ ਹੱਲ ਨਹੀਂ ਨਿਕਲ ਰਿਹਾ। ਨਰਿੰਦਰ ਤੋਮਰ ਦਾ ਬਿਆਨ ਪਹਿਲਾਂ ਵੀ ਆਇਆ ਸੀ, ਹੁਣ ਵੀ ਆਇਆ ਕਿ ਅਸੀਂ ਤਾਂ ਅੱਧੀ ਰਾਤ ਨੂੰ ਗੱਲਬਾਤ ਕਰਨ ਦੇ ਲਈ ਤਿਆਰ ਹਾਂ, ਪਰ ਕਾਨੂੰਨ ਰੱਦ ਨਹੀਂ ਹੋਣਗੇ। ਨਹੀਂ, ਰੱਦ ਕਿਉਂ ਨਹੀਂ ਹੋਣਗੇ ਕਾਨੂੰਨ? ਕਾਨੂੰਨਾਂ 'ਚ ਜਦ ਇਹਨਾਂ ਨੇ ਮੰਨਿਆ ਵੀ ਅਸੀਂ ਇਹਨਾਂ ਨੂੰ, ਪਹਿਲੀਆਂ 3 ਮੀਟਿੰਗਾਂ 'ਚ ਤਾਂ ਇਹਨਾਂ ਨੇ ਸਾਨੂੰ ਕਿਹਾ ਵੀ ਕਾਨੂੰਨ ਬੜੇ ਚੰਗੇ ਆ, ਇਹਨਾਂ 'ਚ ਕੋਈ ਗੱਲ ਕਰਨ ਵਾਲੀ ਹੈ ਹੀ ਨਹੀਂ, ਸਾਨੂੰ ਸਮਝਾਓ। ਫਿਰ ਸਾਡੇ 7-7 ਘੰਟੇ ਮੀਟਿੰਗਾਂ 'ਚ ਲੱਗੇ
ਤੇ ਜਾ ਕੇ 9ਵੀਂ 10ਵੀਂ ਮੀਟਿੰਗ ਦੇ ਵਿੱਚ ਇਹ ਮੰਨ ਗਏ ਵੀ ਚਲੋ ਕੋਈ ਗੱਲ ਨਹੀਂ, ਇਹਨਾਂ ਨੂੰ ਅਸੀਂ ਰੱਦ ਨਾ ਕਰਵਾਓ, ਵਾਪਸ ਕਰ ਲੈਂਦੇ ਆ, ਇਹਨਾਂ ਨੂੰ ਦਾ ਸਮਾਂ ਵਧਾ ਦਿੰਦੇ ਆ, 1.5 ਸਾਲ ਲੈ ਲਓ, ਉਹੋ ਜਿਹੀਆਂ ਗੱਲਾਂ ਇਹ ਕਰਨ ਲੱਗ ਗਏ। ਅਸੀਂ ਤਾਂ ਉਸੇ ਦਿਨ ਤੋਂ ਕਿਹਾ ਵੀ ਜਦ ਕਾਨੂੰਨ ਮਾੜੇ ਆ, ਕਈ ਵਾਰ ਚੀਜ਼ ਮਾੜੀ ਬਣ ਜਾਂਦੀ ਆ ਜੀ, ਆਪਾਂ ਉਹਨੂੰ ਸੋਧ ਲਵਾਂਗੇ, ਫਿਰ ਨਵਾਂ ਹੀ ਬਣਾ ਲਵਾਂਗੇ। ਤੁਸੀਂ ਕਮੇਟੀ ਬਣਾ ਦਿਓ, ਕਿਸਾਨਾਂ ਦੇ ਨੁਮਾਇੰਦੇ ਲੈ ਲਓ, ਅਰਥ ਸ਼ਾਸਤਰੀ ਲੈ ਲਓ, ਗਵਰਨਮੈਂਟ ਦੇ ਨੁਮਾਇੰਦੇ ਲੈ ਲਓ। ਅਸੀਂ ਦੇਸ਼ ਵਾਸੀ ਹਾਂ, ਅਸੀਂ ਕੋਈ ਬਾਹਰੋਂ ਤਾਂ ਆਏ ਨਹੀਂ ਹੋਏ ਹੈਗੇ, ਤੁਹਾਨੂੰ ਵੋਟਾਂ ਪਾ ਕੇ ਤੁਸੀਂ ਸਾਡੇ ਨਾਲ ਵਾਅਦਿਆਂ ਨਾਲ ਸਰਕਾਰਾਂ ਬਣਾਈਆਂ ਨੇ, ਤੇ ਆਪਾਂ ਦੇਸ਼ ਦੇ ਹਿੱਤ ਲਈ ਕੰਮ ਕਰਨਾ। ਤੁਸੀਂ ਵੀ ਕਹਿੰਦੇ ਵੀ ਅਸੀਂ ਦੇਸ਼ ਦੇ ਹਿੱਤ ਲਈ ਕਰਨਾ, ਤੇ ਕਿਸਾਨ ਵੀ ਅਸੀਂ ਵੀ ਦੇਸ਼ ਦੇ ਹਿੱਤ ਲਈ, ਅੰਨਦਾਤਾ ਢਿੱਡ ਭਰਦਾ ਉਹਨਾਂ ਲਈ ਕਾਨੂੰਨ ਬਣੇ ਆ। ਜਾਂ ਤਾਂ ਸਾਨੂੰ ਤੁਸੀਂ ਉਦੋਂ ਸੱਦਿਆ ਹੁੰਦਾ, ਸਾਡੇ ਨਾਲ ਕੋਈ 2-4 ਮੀਟਿੰਗਾਂ ਕੀਤੀਆਂ ਹੁੰਦੀਆਂ, ਸਾਡੇ ਤੋਂ ਕੋਈ ਸਲਾਹ ਨਹੀਂ ਲਈ ਹੋਈ। ਕੋਵਿਡ ਦੇ ਵਿੱਚ ਤੁਸੀਂ ਇਹ ਕਰੋਨੇ ਦੀ ਆੜ ਥੱਲੇ ਵੀ ਕਿਸੇ ਨੇ ਬੋਲਣਾ ਨਹੀਂ, ਉਹਦੇ 'ਚ ਪਾਰਲੀਮੈਂਟ 'ਚ ਪਾਸ ਕਰਾ ਲਏ, ਧੱਕੇ ਨਾਲ ਰਾਜ ਸਭਾ 'ਚ ਤੁਸੀਂ ਪਾਸ ਕਰਾ ਕੇ ਸਾਡੇ 'ਤੇ ਇਹ ਕਾਨੂੰਨ ਥੋਪ ਦਿੱਤੇ ਆ। ਤੇ ਇਹਨਾਂ ਨੂੰ ਤੁਸੀਂ ਕਿਰਪਾ ਕਰਕੇ ਇਹਨਾਂ ਨੂੰ ਰੱਦ ਕਰ ਦਿਓ ਤੇ MSP ਤੇ ਕਾਨੂੰਨ ਬਣਾ ਦਿਓ। ਚਲੋ 2 ਕਾਨੂੰਨ ਇਹ ਮੰਨ ਗਏ ਸੀ ਜਿਹੜੇ ਬਣੇ ਨਹੀਂ ਸੀ ਅਜੇ, ਆਰਡੀਨੈਂਸ ਨੇ, ਬਿਜਲੀ ਵਾਲਾ ਤੇ ਪਰਾਲੀ ਵਾਲਾ, ਵੀ ਉਹ ਕਹਿੰਦੇ ਅਸੀਂ ਉਹ ਵਾਪਸ ਲੈ ਲੈਂਦੇ ਹਾਂ, ਨਹੀਂ ਉਹਨਾਂ ਨੂੰ ਅੱਗੇ ਕਰਾਂਗੇ। ਇਹਨਾਂ ਦਾ ਤੁਸੀਂ 1.5 ਸਾਲ ਦਾ ਜਿਹੜੀ ਆਖਰੀ ਮੀਟਿੰਗ ਸਾਡੀ 11ਵੀਂ ਹੋਈ, ਇਹ ਸਾਨੂੰ ਕਹਿ ਕੇ ਵੀ ਤੁਸੀਂ ਆਪਦੀ ਸਲਾਹ ਕਰ ਲਓ। 22 ਤਰੀਕ ਨੂੰ ਜਿਹੜੀ ਹੋਈ ਸੀਗੀ ਸਾਡੀ ਮੀਟਿੰਗ, ਵੀ ਉਹ ਤੁਸੀਂ 1.5 ਸਾਲ ਸਮਾਂ ਅਸੀਂ ਦਿੰਦੇ ਹਾਂ, ਉਹਨੂੰ ਤੁਸੀਂ ਅੱਗੇ ਕਰਵਾ ਦਿਓ। ਪਰ ਅਸੀਂ ਜਵਾਬ ਦੇ ਕੇ ਆ ਗਏ ਸੀਗੇ ਵੀ ਨਹੀਂ, ਅਸੀਂ ਤਾਂ ਵਾਪਸ ਕਰਾਉਣ ਆਏ ਹਾਂ, ਵਾਪਸ ਕਰਾ ਕੇ ਹੀ ਜਾਣੇ ਆ। ਤੇ ਇਹ ਗੱਲ ਤੱਕ ਅਜੇ ਤੱਕ ਖੜੀ ਆ। ਹੁਣ ਤੋਮਰ ਸਾਹਿਬ ਫਿਰ ਬਿਆਨ ਦਿੰਦੇ ਆ, ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਵੀ ਕਿਹਾ ਵੀ ਕਿਸਾਨ ਗੱਲਬਾਤ ਨਹੀਂ ਕਰਨੀ ਚਾਹੁੰਦੇ, ਇੱਕ ਫੋਨ ਕਾਲ ਦੀ ਦੂਰੀ ਤੇ ਬੈਠੇ ਨੇ। ਅਸੀਂ 35 ਕਿਲੋਮੀਟਰ ਉਹਨਾਂ ਦੇ ਘਰ ਤੋਂ ਦੂਰ ਬੈਠੇ ਹਾਂ ਜੀ, ਸਿੰਘੂ ਬਾਰਡਰ ਦੇ ਉੱਪਰ, ਟਿਕਰੀ ਬਾਰਡਰ ਦੇ ਉੱਪਰ, ਸਾਰੇ ਬਾਰਡਰਾਂ ਤੇ ਬੈਠੇ ਹਾਂ। ਤੇ ਹਰੇਕ ਹਫ਼ਤੇ ਸਾਡੀ 32 ਜਥੇਬੰਦੀਆਂ ਦੀ, 40 ਜਥੇਬੰਦੀਆਂ ਦੀ ਮੀਟਿੰਗਾਂ ਹੁੰਦੀਆਂ ਨੇ। ਸਾਨੂੰ ਫੋਨ ਨੰਬਰ ਵੀ ਨਹੀਂ ਅਜੇ ਤੱਕ ਇਹਨਾਂ ਨੇ ਦਿੱਤਾ, ਤੇ ਨਾ ਸਾਨੂੰ ਫਿਰ ਇਹਨਾਂ ਨੇ ਬੁਲਾਇਆ। ਫਿਰ ਅਸੀਂ ਵਿਚਾਰਾਂ ਕਰਕੇ ਵੀ ਇਹ ਕਹਿੰਦੇ ਆ ਵੀ ਕਿਸਾਨ ਸ਼ਾਇਦ ਗੱਲਬਾਤ ਕਰਨਾ ਨਹੀਂ ਚਾਹੁੰਦੇ, ਇਹ ਪ੍ਰਭਾਵ ਇਹਨਾਂ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ। ਅਸੀਂ ਇੱਕ ਚਿੱਠੀ ਵੀ ਲਿਖੀ, 1 ਮਹੀਨਾ ਹੋ ਗਿਆ ਉਹ ਚਿੱਠੀ ਲਿਖਣ ਨੂੰ, ਤਾਂ ਸਾਨੂੰ ਅਜੇ ਤੱਕ ਕੋਈ ਇਹਨਾਂ ਦਾ ਜਵਾਬ ਨਹੀਂ ਆਇਆ। ਤੇ ਫਿਰ ਕਦੇ ਕਹਿੰਦੇ ਸੀ ਇਹ ਪਿਕਨਿਕਾਂ ਮਨਾਉਣ ਬੈਠੇ ਹੋਏ ਨੇ, ਤੇ ਕਦੇ ਕੁਛ ਕਹਿੰਦੇ ਆ, ਕਦੇ ਪਹਿਲਾਂ ਵੀ ਸਾਨੂੰ ਅੱਤਵਾਦੀ, ਵੱਖਵਾਦੀ, ਅੰਦੋਲਨਜੀਵੀ, ਅੰਦੋਲਨਕਾਰੀ ਸਭ ਕੁਛ ਕਿਹਾ, ਸਾਰੇ ਹਾਲਤ ਹੀਲੇ ਇਹਨਾਂ ਨੇ ਵਰਤ ਲਏ ਸਾਨੂੰ ਮਾੜਾ ਕਹਿਣ ਲਈ। ਤੇ ਪਰ ਅਸੀਂ ਤਾਂ ਹੁਣ ਵੀ ਇਹਨਾਂ ਨੂੰ ਕਿਹਾ, ਜਾਂ ਕੱਲ੍ਹ ਵੀ ਬਿਆਨ ਆ ਤੋਮਰ ਸਾਹਿਬ ਦਾ ਜੀ, ਤੇ ਵੀ ਸਾਨੂੰ ਜਿੱਥੇ ਤੁਸੀਂ ਸੱਦੋਗੇ ਅਸੀਂ ਆਉਣ ਨੂੰ ਤਿਆਰ ਹਾਂ। ਭਾਜਪਾ ਦੇ ਕੁਛ ਲੀਡਰਾਂ ਨੇ ਵੀ ਕਿਹਾ, ਸਾਡੇ ਤੱਕ ਪਹੁੰਚ ਕੀਤੀ, ਤੇ ਅਸੀਂ ਉਹਨਾਂ ਨੂੰ ਵੀ ਕਿਹਾ ਵੀ ਜਦ ਮਰਜ਼ੀ ਮੀਟਿੰਗ ਕਰਾਓ, ਪਰ ਇੱਕ ਅੜੀ ਕਿਉਂ ਆ ਵੀ ਅਸੀਂ ਰੱਦ ਨਹੀਂ ਕਰਨੇ। ਪਰ ਲਖਵਾਲ ਸਾਹਿਬ, ਤੁਹਾਡੇ ਵੱਲੋਂ ਵੀ ਕਿਸਾਨਾਂ ਵੱਲੋਂ ਵੀ ਇਹੀ ਗੱਲ ਕਹੀ ਜਾਂਦੀ ਹੈ ਕਿ ਸਾਨੂੰ ਮੀਟਿੰਗ ਤੇ ਬੁਲਾ ਲਓ, ਬੇਸ਼ੱਕ ਅਸੀਂ ਗੱਲਬਾਤ ਲਈ ਤਿਆਰ ਹਾਂ, ਪਰ ਅਸੀਂ ਇੱਕੋ ਗੱਲ ਰੱਖਾਂਗੇ ਜਿਵੇਂ ਪਹਿਲਾਂ ਮੀਟਿੰਗਾਂ 'ਚ ਹੋਈ ਸੀ। ਪਹਿਲਾਂ ਮੀਟਿੰਗਾਂ 'ਚ ਕਹਿੰਦੇ ਤੁਸੀਂ ਯੈਸ ਔਰ ਨੋ, ਹੁਣ ਵੀ ਕਹਿੰਦੇ ਤੁਸੀਂ ਕਾਨੂੰਨ ਰੱਦ ਤੋਂ ਹੇਠਾਂ ਕੋਈ ਗੱਲ ਨਹੀਂ ਕਰਨੀ। ਫਿਰ ਮਸਲੇ ਦਾ ਹੱਲ ਕਿਵੇਂ ਨਿਕਲੇਗਾ? ਕਿਸਾਨ ਕਹਿੰਦੇ ਅਸੀਂ ਰੱਦ ਕਰਵਾਉਣੇ ਨੇ, ਕੇਂਦਰ ਕਹਿੰਦੇ ਅਸੀਂ ਰੱਦ ਨਹੀਂ ਕਰਨੇ। ਨਹੀਂ, ਕੇਂਦਰ ਕਿਉਂ ਅੜੀ ਕਰਦਾ? ਕਿਸਾਨਾਂ ਸਾਨੂੰ ਇਹ ਕਹਿੰਦੇ ਕਿਸਾਨਾਂ ਦੇ ਫਾਇਦੇ 'ਚ ਆ। ਸਾਡੀਆਂ ਚਲੋ 40 ਜਥੇਬੰਦੀਆਂ ਇੱਥੇ ਆ, ਸਾਡੇ ਨਾਲ ਹੋਰ ਜੁੜੀਆਂ 300-400, ਅਸੀਂ 500 ਜਥੇਬੰਦੀ ਦੇ ਕਰੀਬ ਸਾਡੇ ਨਾਲ ਇੰਡੀਆ ਦੀ ਜਿਹੜੀ ਜੁੜੀ ਹੋਈ ਆ, ਜਿਹੜੀ ਉਹ ਕਹਿੰਦੀ ਆ ਵੀ ਕਾਨੂੰਨ ਵਾਪਸ ਕਰਵਾ ਦਿਓ। ਇਹਨਾਂ ਨੂੰ ਅੜੀ ਕੀ ਆ? ਇਹ ਸਾਨੂੰ ਦੱਸ ਦੇਣ ਵੀ ਇਹਦੇ 'ਚ ਕੀ ਚੰਗਾ, ਇਹ ਕਿਉਂ ਚੰਗਾ, ਕਿਸਾਨਾਂ ਲਈ ਕੀ ਚੰਗਾ, ਉਹਦੇ ਲਈ ਵੀ ਅਸੀਂ ਰੱਦ ਨਹੀਂ ਕਰਨੇ। ਫਿਰ ਇਹ ਕਹਿੰਦੇ ਸੀ ਪਿੱਛੇ ਜੇ ਵੀ ਇਹਨਾਂ ਨੇ ਵੀ ਕਾਨੂੰਨ ਇਹ ਲਾਗੂ ਕਰਵਾ ਕੇ ਦੇਖ ਲਓ। ਬਿਲਕੁਲ ਤਾਜ਼ਾ ਬਿਆਨ ਵੀ ਮਨੋਹਰ ਲਾਲ ਖੱਟਰ ਦਾ, ਹਾਂ ਖੱਟਰ ਦਾ, ਵੀ ਇਹਨਾਂ ਨੂੰ ਇੱਕ ਵਾਰ ਲਾਗੂ ਕਰ ਲਓ। ਲਾਗੂ ਇਹਨਾਂ ਨੇ ਬਿਹਾਰ 'ਚ ਕੀਤੇ ਆ। ਉੱਥੇ ਦਾ ਜਿਹੜਾ 5-4 ਕਿੱਲੇ ਵਾਲਾ, ਉਹ ਇੱਥੇ ਸਾਡੇ ਦਿਹਾੜੀ ਕਰਨ ਆਉਂਦਾ, ਇੱਥੇ ਲੇਬਰ ਕਰਨ ਆਉਂਦਾ, ਸਾਡਾ ਘੱਟੋ ਘੱਟ ਬੰਦਾ ਰੋਟੀ ਤਾਂ ਇੱਥੇ ਖਾ ਲੈਂਦਾ। ਤੇ ਉੱਥੇ ਤਾਂ ਇਹਨਾਂ ਨੇ ਜਿਹੜੀ MSP ਆ ਬੰਨੀ ਹੋਈ ਆ, 23 ਫਸਲਾਂ ਤੇ MSP ਜਿਹੜੀ ਸਾਡੀ ਇਹਨਾਂ ਨੇ ਬੰਨੀ ਹੋਈ ਆ, ਉਹਦੇ 'ਚ ਸਿਰਫ ਪੰਜਾਬ, ਹਰਿਆਣਾ ਤੇ UP ਦੇ ਵਿੱਚ ਝੋਨੇ ਤੇ ਕਣਕ ਤੇ ਮਿਲਦੀ ਆ, ਬਾਕੀ ਕਿਉਂ ਨਹੀਂ ਦਿੰਦੇ? ਸਾਡੀ ਇੱਕ ਇਹ ਵੀ ਵੱਡੀ ਲੜਾਈ ਆ ਵੀ ਤੁਸੀਂ MSP ਜਿਵੇਂ MRP ਆ, ਬਿਲਕੁਲ ਹਰ ਚੀਜ਼ ਤੇ MRP ਲਿਖੀ ਆ, ਤੁਸੀਂ ਉਦੋਂ ਵੱਧ ਨਹੀਂ ਵੇਚ ਸਕਦੇ। ਅਸੀਂ ਕਿਹਾ ਵੀ MSP ਬੰਦ ਹੋ ਸਾਰੀਆਂ ਫਸਲਾਂ ਤੇ ਉਹ ਸਿਰਫ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣ ਲਈ। ਹੁਣ ਤੁਸੀਂ, ਮੈਂ ਫਾਰ ਐਗਜ਼ਾਮਪਲ ਤੁਹਾਨੂੰ ਦਿੰਦਾ, ਪਿਆਜ਼ ਤੁਸੀਂ ਮਹੀਨਾ ਪਹਿਲਾਂ ਜਾਂ ਅਸੀਂ 8-9 ਰੁਪਏ ਕਿਲੋ ਵੇਚਿਆ, ਕਿਸਾਨਾਂ ਨੇ 5-6 ਰੁਪਏ ਕਿਲੋ ਵੇਚਿਆ, ਅੱਜ 30 ਰੁਪਏ ਕਿਲੋ ਆ, ਅਗਲੇ ਮਹੀਨੇ 50 ਰੁਪਏ ਕਿਲੋ ਹੋ ਜਾਣਗੇ। ਇਸ ਤਰ੍ਹਾਂ ਸਰੋਂ ਬਿਲਕੁਲ 5000 ਰੁਪਏ ਕੁਇੰਟਲ ਅਸੀਂ ਵੇਚੀ ਆ। ਫਿਰ ਇਹ ਕਹਿੰਦੇ ਹੁਣ MSP ਤੋਂ ਉੱਪਰ ਵਿਕ ਰਹੀ ਆ, ਉਹ ਜਦ ਕਿਸਾਨਾਂ ਕੋਲ ਰਹੀ ਨਹੀਂ ਉਹਦਾ ਵਿਕੂਗੀ। ਹੁਣ 7,500, ਤੇਲ ਦੀ ਬੋਤਲ 100 ਰੁਪਏ, ਹੁਣ 200 ਰੁਪਏ ਮਿਲਣੀ ਆ। ਇਹਦੇ ਨਾਲ ਇਕੱਲਾ ਕਿਸਾਨ ਨਹੀਂ ਮਰਨਾ, ਕਿਸਾਨ ਫਿਰ ਬਚ ਜੂ ਜੇ ਕਾਨੂੰਨ ਆ ਗਏ, ਕਿਉਂਕਿ ਕਿਸਾਨ ਹਰ ਚੀਜ਼ ਪੈਦਾ ਕਰ ਲੈਂਦਾ। ਜਿਵੇਂ ਅਸੀਂ ਪਿਛਲੇ ਸਮਿਆਂ 'ਚ ਸਾਡੇ ਬਜ਼ੁਰਗ ਦੱਸਦੇ ਆ ਵੀ ਅਸੀਂ ਤਾਂ ਇਕੱਲਾ ਨਮਕ ਬਾਜ਼ਾਰ ਤੋਂ ਲੈਂਦੇ ਸੀ, ਵੀ ਹਰ ਚੀਜ਼ ਅਸੀਂ ਪੈਦਾ ਕਰ ਲੈਂਦੇ ਸੀ, ਕੱਪੜਾ ਤੇ ਨਮਕ। ਤੇ ਉਹ ਅਸੀਂ ਇੱਕ ਹੋਕਾ ਵੀ ਦਿੱਤਾ ਹੋਇਆ ਪਿੰਡਾਂ 'ਚ ਵੀ ਜਿਹੜੀਆਂ ਚੀਜ਼ਾਂ ਨੇ ਘਰੋਂ ਵਰਤੋਂ ਦੀਆਂ,
ਉਹ ਤੁਸੀਂ ਆਪ ਪੈਦਾ ਕਰੋ। ਸਰੋਂ ਹਰ ਬੰਦਾ ਲਾਓ, ਸਬਜ਼ੀ ਲਾਓ, ਦਾਲਾਂ ਲਾਓ। ਇੱਕ ਤਾਂ ਆਰਗੈਨਿਕ ਹੋ ਜੂਗੀ, ਕੀੜੇ ਮਾਰ ਤੋਂ ਬਚ ਜਾਵਾਂਗੇ। ਇਹੋ ਜਿਹਾ ਦੁੱਧ ਪੈਦਾ ਕਰੋ, ਹਰ ਘਰੋਂ ਵਰਤੋਂ ਦੀ ਚੀਜ਼ ਤੁਸੀਂ ਘਰੇ ਪੈਦਾ ਕਰੋ। ਕਿਉਂਕਿ ਜਿਹੜਾ ਡਰ ਆ ਵੀ ਜਦ ਇਹਨਾਂ ਦੇ ਜਿਵੇਂ ਕਹਿੰਦੇ ਆਪਾਂ ਲਿਫਾਫਿਆਂ 'ਚ ਪੈ ਗਈ ਜਾਂ ਇਹਨਾਂ ਦੇ ਬੈਗਾਂ 'ਚ ਪੈ ਗਈ ਕੱਲ੍ਹ ਨੂੰ ਕਣਕ, ਕਿਉਂਕਿ ਕਾਰਪੋਰੇਟ ਘਰਾਣਿਆਂ ਦੇ ਬਜਟ ਏਡੇ ਆ, ਸਰਕਾਰਾਂ ਨੂੰ ਵੱਡੇ ਆ, ਇਹਨਾਂ ਨੇ ਇੱਕਦਮ ਸਾਰੀ ਕਣਕ ਖਰੀਦ ਲੈਣਗੇ। ਉਦੋਂ ਪਹਿਲਾਂ ਕੋਈ ਗਾਹਕ ਨਹੀਂ ਹੋਣਾ, ਅਸੀਂ ਵੀ ਕਹਿਣਾ ਵੀ ਠੀਕ ਆ, ਸਾਨੂੰ ਲੋੜ ਹੋਣੀ ਆ ਪੈਸੇ ਦੀ, ਸਾਨੂੰ ਦੂਜੇ ਦਿਨ ਲੋੜ ਆ, ਅਸੀਂ ਸਭ ਤੋਂ ਸਸਤੇ ਰੇਟ ਖਰੀਦ ਲੈਣਗੇ। ਜਦ MSP ਨਾ ਹੋਈ ਜਾਂ ਜਿਹੜੀਆਂ ਮੰਡੀਆਂ ਦੀ ਗੱਲ ਕਰਦੇ ਆ, ਕਾਨੂੰਨ ਪਹਿਲੇ ਦੀ ਗੱਲ ਕਰਦੇ ਆ, ਪ੍ਰਾਈਵੇਟ ਮੰਡੀਆਂ 'ਚ ਗੌਰਮੈਂਟ ਦੀਆਂ ਮੰਡੀਆਂ ਖਤਮ ਕਰਤੀਆਂ, ਫਿਰ ਇਹਨਾਂ ਨੇ ਜਦ ਲਿਫਾਫਿਆਂ 'ਚ ਕਣਕ ਪੈ ਗਈ, ਉਹ 100 ਰੁਪਏ ਕਿਲੋ। ਕਿਸਾਨ ਤਾਂ ਫਿਰ ਰੱਖ ਲੂ, ਆਪਦੇ ਘਰ ਰੱਖਦੇ ਹਾਂ ਅਸੀਂ ਹੁਣ ਵੀ, ਸਾਲ ਲਈ ਕਣਕ ਰੱਖਦੇ ਹਾਂ, ਪਰ ਜਿਹੜਾ ਮਜ਼ਦੂਰ ਆ, ਜਿਹੜਾ ਰੋਜ਼ ਦਿਹਾੜੀ ਕਰਕੇ 500 ਰੁਪਈਆ ਲਿਆਉਂਦਾ, ਉਹ 100 ਰੁਪਏ ਕਿਲੋ ਕਣਕ ਖਰੀਦੂ, ਫਿਰ ਤੇਲ ਖਰੀਦੂ, ਹਰ ਚੀਜ਼ ਉਹਨੂੰ ਇੰਨੇ ਗੁਣਾ ਵੱਧ ਰੇਟ ਮਿਲ ਜੂ, ਇੰਨੀ ਮਹਿੰਗਾਈ ਹੋ ਜੂ। ਤੇ ਉਹਦੇ ਲਈ ਇਹ ਅਸੀਂ ਜਿਹੜੀ ਇਹ ਲੜਾਈ ਲੜ ਰਹੇ ਹਾਂ। ਲਖਵਾਲ ਸਾਹਿਬ, ਇੱਕ ਤੁਸੀਂ ਹੋਕੇ ਦੀ ਗੱਲ ਕਰੀਏ, ਇੱਕ ਹੋਕਾ ਇਹ ਵੀ ਦਿੱਤਾ ਸੀ ਕਿ ਜੋ ਕਿਸਾਨਾਂ ਦੇ ਨਾਲ ਖੜੇਗਾ ਉਹੀ ਪਿੰਡਾਂ ਦੇ ਵਿੱਚ ਵੜੇਗਾ। ਫਿਰ ਤੋਂ ਸੰਯੁਕਤ ਮੋਰਚੇ ਦੇ ਵੱਲੋਂ ਇੱਕ ਐਲਾਨ ਵੀ ਕੀਤਾ ਗਿਆ। ਹਾਂ, ਤੇ ਉਹ ਅਸੀਂ ਹੁਣ ਇਲੈਕਸ਼ਨ ਵੇਲੇ ਉਹ ਗੱਲਾਂ ਉਹ ਵੀ ਮੂਹਰੇ ਆਉਣਗੀਆਂ ਜੀ। ਤੇ ਹੁਣ ਵੀ ਅਸੀਂ ਭਾਜਪਾ ਜਿਹੜੀ ਆ ਜਿੰਦੇ ਸਾਡੇ ਖਿਲਾਫ ਆ, ਅਸੀਂ ਮੁਕੰਮਲ ਤੌਰ ਤੇ ਉਹਨਾਂ ਦਾ ਬਾਈਕਾਟ ਕੀਤਾ ਹੋਇਆ। ਜਿੱਥੇ ਵੀ ਕਿਤੇ ਆਉਂਦੇ ਆ ਪਿੰਡਾਂ ਦੇ ਵਿੱਚ, ਅਸੀਂ ਉਹਨਾਂ ਦੀ ਪੂਰੀ ਵਿਰੋਧਤਾ ਕਰਦੇ ਹਾਂ। ਤੇ ਹਰਿਆਣੇ ਵਾਲੇ ਪੂਰੀ ਕਰਦੇ, ਉਹ ਤਾਂ ਖੱਟਰ ਸਾਹਿਬ ਦਾ ਜਹਾਜ਼ ਵੀ ਨਹੀਂ ਲੈਣ ਦਿੰਦੇ, ਤਾਂ ਸਾਡੇ ਨਾਲ ਵੀ ਤਕੜੇ ਨੇ ਸਾਡੇ ਭਰਾ। ਤੇ ਇਸੇ ਤਰ੍ਹਾਂ ਅਸੀਂ ਬਾਕੀ ਸੂਬਿਆਂ ਦੇ ਵਿੱਚ ਵੀ ਇਹਨਾਂ ਦੀ ਵਿਰੋਧਤਾ, ਜਿਵੇਂ ਪੱਛਮੀ ਬੰਗਾਲ 'ਚ ਜਾ ਕੇ ਅਸੀਂ ਕੀਤੀ ਆ। ਪਰ ਕੀ ਵਿਰੋਧ ਦੇ ਨਾਲ ਹੱਲ ਨਿਕਲੇਗਾ? ਹੋਰ ਹੱਲ ਵੀ ਸਾਨੂੰ ਕੁਛ ਨਹੀਂ ਦਿੰਦਾ, ਕਿਉਂਕਿ ਹੱਲ ਜੇ ਵਿਰੋਧ ਅਸੀਂ ਕੀਤਾ ਤਾਂ ਸਾਡੇ ਕੁਛ ਲੀਡਰ ਇਹਨਾਂ ਦੇ ਸਾਡੇ ਨਾਲ ਆ ਗਏ ਨੇ। ਤੁਸੀਂ ਭਾਜਪਾ ਦੇ ਦੇਖੋ, ਪੰਜਾਬ 'ਚ ਕੁਛ ਲੀਡਰ, ਜੇ ਅਸੀਂ ਵਿਰੋਧ ਤਾਂ ਨਹੀਂ ਕਰਦੇ, ਇਹ ਚੁੱਪ ਕਰਕੇ ਤੁਰੇ ਫਿਰਦੇ, ਇਹਨਾਂ ਨੂੰ ਅਹਿਸਾਸ ਕਿਵੇਂ ਹੁੰਦਾ? ਹਰਿਆਣੇ ਦੇ ਵਿੱਚ ਵੀ ਕੁਛ ਲੋਕ ਸਾਡੇ ਨਾਲ ਆਉਣ ਨੂੰ ਤਿਆਰ ਆ। ਹੁਣ ਯੂਪੀ 'ਚ ਇਲੈਕਸ਼ਨ ਹੋਈ ਆ, ਇੱਕ ਟਰੈਕਟਰ ਚੋਣ ਨਿਸ਼ਾਨ ਤੇ ਹੀ 1100 ਬੰਦਾ ਜਿੱਤ ਗਿਆ। ਬਿਲਕੁਲ, ਉਹ ਕਿੱਡੀ ਵੱਡੀ ਗੱਲ ਹੋਈ ਆ। ਇਹ ਸਿਰਫ ਮੋਰਚੇ ਕਰਕੇ ਹੀ ਹੋਇਆ ਨਾ। ਬੰਗਾਲ ਦੇ ਵਿੱਚ ਕਿੱਥੇ ਹਾਰਦੇ ਸੀ? ਇਹ ਤਾਂ 200 ਸੀਟ ਦਾ ਇਹਨਾਂ ਦਾ ਤਾਂ ਅੰਕੜਾ ਸੀ। ਉੱਥੇ ਇਹ ਕਿਸਾਨ ਅੰਦੋਲਨ ਕਰਕੇ ਹੀ, ਅਸੀਂ ਇਹ ਨਹੀਂ ਕਹਿੰਦੇ ਵੀ ਕਿਹਨੂੰ ਪਾਰਟੀ ਨੂੰ ਵੋਟ ਪਾਉਣੀ ਆ। ਬੰਗਾਲ 'ਚ ਅਸੀਂ ਇਹ ਨਹੀਂ ਕਿਹਾ ਵੀ ਮਮਤਾ ਜੀ ਨੂੰ ਪਾਓ, ਦੇਖ ਕੇ ਪਾਓ, ਜਿਹੜਾ ਬੰਦਾ ਜਿੱਤ ਸਕਦਾ, ਜਿਹੜਾ ਬੰਦਾ ਵਧੀਆ, ਉਹਨੂੰ ਵੋਟ ਪਾਓ, ਇਹ ਅਸੀਂ ਗੱਲ ਕਹਿੰਦੇ ਹਾਂ। ਪਰ ਭਾਜਪਾ ਲੀਡਰਾਂ ਦੇ ਨਾਲ ਨਾਲ ਬਾਕੀ ਕਾਂਗਰਸ, ਅਕਾਲੀ ਤੇ ਆਮ ਆਦਮੀ ਪਾਰਟੀ ਦਾ ਵੀ ਵਿਰੋਧ ਕੀਤਾ ਜਾ ਰਿਹਾ। ਨਹੀਂ, ਉਹ ਗੱਲ ਸਾਫ਼ ਹੋ ਗਈ ਆ। ਕੱਲ ਕੁਛ ਹੋ ਗਈ ਸੀਗੀ ਗਲਤੀ, ਕਿਸੇ ਵੱਲੋਂ ਬਿਆਨ ਆ ਗਿਆ ਸੀਗਾ ਵੀ ਸਾਰਿਆਂ ਦਾ ਨਹੀਂ, ਸਾਰਿਆਂ ਦਾ ਵਿਰੋਧ ਨਹੀਂ ਹੈਗਾ। ਦੁਬਾਰਾ ਮੀਟਿੰਗ 'ਚ ਅਸੀਂ ਕੱਲ ਪ੍ਰੈਸ ਨੋਟ ਜਾਰੀ ਕਰਤਾ ਸੰਯੁਕਤ ਮੋਰਚੇ ਨੇ। ਫਿਲਹਾਲ ਅਜੇ ਇਕੱਲਾ ਭਾਜਪਾ ਲੀਡਰਾਂ ਦਾ ਵਿਰੋਧ ਆ। ਤੇ ਉਸ ਤੋਂ ਬਾਅਦ ਜਿਉਂ ਇਲੈਕਸ਼ਨ ਆਊਗੀ, ਕਿਉਂਕਿ ਅਸੀਂ ਅਜੇ ਇਲੈਕਸ਼ਨ ਪਿੱਛੇ ਅਸੀਂ ਕਿਸਾਨਾਂ ਨੂੰ ਵੀ ਕਹਿ ਰਹੇ ਹਾਂ ਵੀ ਲੰਮਾ ਸਮਾਂ ਪਿਆ, ਪਹਿਲਾਂ ਆਪਾਂ ਇਹ ਜਿੱਤ ਲਈਏ, ਆਪਾਂ ਇਲੈਕਸ਼ਨਾਂ ਦੀਆਂ ਗੱਲਾਂ ਫਿਰ ਕਰ ਲਵਾਂਗੇ। ਇਹ ਆਉਂਦੀਆਂ ਜਾਂਦੀਆਂ ਰਹਿਣੀਆਂ ਇਲੈਕਸ਼ਨਾਂ, ਕਾਨੂੰਨ ਐਡਾ ਮੋਰਚਾ ਨਹੀਂ ਲੱਗਣਾ। ਇਹ ਐਤਕੀ ਜਿਹੜਾ ਮੋਰਚਾ ਲੱਗਿਆ ਸ਼ਾਇਦ 50 ਸਾਲ ਨਾ ਲੱਗੇ ਜੇ ਐਤਕੀ ਆਪਾਂ ਮੋਰਚਾ ਨਾ ਜਿੱਤਿਆ, ਵੀ ਆਪਾਂ ਪਹਿਲਾਂ ਮੋਰਚਾ ਜਿੱਤ ਲਈਏ। ਕੋਈ ਗੱਲ ਨਹੀਂ, ਜਦ ਇਲੈਕਸ਼ਨ ਆਊਗੀ ਉਦੋਂ ਆਪਾਂ ਦੇਖ ਲਾਂਗੇ, ਜਿਹੜਾ ਬੰਦੇ ਨੇ ਵਾਅਦੇ ਸਾਡੇ ਨਾਲ ਕੀਤੇ ਆ ਉਹਨਾਂ ਨਾਲ ਹਿਸਾਬ ਕਿਤਾਬ ਕਰ ਲਾਂਗੇ। ਭਾਵੇਂ ਕੈਪਟਨ ਸਾਹਿਬ ਹੋਏ ਜਿਨ੍ਹਾਂ ਨੇ ਇਹਨਾਂ ਨੇ ਵਾਅਦਾ ਕੀਤਾ ਕਰਜ਼ਾ ਮਾਫੀ, ਘਰ ਨੌਕਰੀ, ਇਹਨਾਂ ਨਾਲ ਵੀ ਹਿਸਾਬ ਕਰਾਂਗੇ। ਫਿਰ ਆ ਕੇ ਪੰਜਾਬ ਦੇ ਵਿੱਚ ਇਹਨਾਂ ਜਦ ਘਰੇ ਪਾਉਣਗੇ, ਪਿੰਡ ਆਉਣਗੇ, ਅਸੀਂ ਇਹਨਾਂ ਨੂੰ ਪੁੱਛਾਂਗੇ ਵੀ ਤੁਹਾਡੇ ਵਾਅਦੇ ਕਿੱਥੇ, ਕਿੱਥੇ ਵਾਅਦੇ ਪੂਰੇ ਕੀਤੇ ਨੇ। ਇਹ ਸਾਰੇ ਹਿਸਾਬ ਕਿਤਾਬ ਹੋਣਗੇ। ਬਿਲਕੁਲ। ਲਖਵਾਲ ਸਾਹਿਬ, ਜਦੋਂ ਅੰਦੋਲਨ ਸ਼ੁਰੂ ਹੋਇਆ ਸੀ ਤੇ 3-4 ਮਹੀਨੇ ਬੀਤੇ ਸੀਗੇ, ਉਦੋਂ ਕਿਸਾਨ ਇਹ ਗੱਲ ਕਹਿੰਦੇ ਸੀ ਅਕਸਰ ਕਿ ਇਹ ਅੰਦੋਲਨ ਹੁਣ ਤੱਕ ਤਾਂ ਸਿਖਰਾਂ ਤੇ ਪਹੁੰਚਿਆ ਹੋਇਆ ਜੇ ਸਿਆਸੀ ਲੀਡਰ ਨਹੀਂ ਇੱਥੇ ਪਹੁੰਚੇ। ਪਰ ਤੁਹਾਨੂੰ ਨਹੀਂ ਲੱਗਦਾ ਕਿ ਜੇ ਸਿਆਸੀ ਲੀਡਰਾਂ ਨੂੰ ਵੀ ਤੁਸੀਂ ਨਾਲ ਲੈ ਕੇ ਚੱਲਦੇ ਤਾਂ ਅੱਜ ਅੰਦੋਲਨ ਦੇ ਵਿੱਚ ਕੁਝ ਹੋਰ ਰੂਪ ਰੇਖਾ ਹੋਣੀ ਸੀ? ਨਹੀਂ, ਇਹ ਸਿਆਸੀ ਲੀਡਰ ਨਾ ਜਾਣ ਕਰਕੇ ਵਧੀਆ ਅੰਦੋਲਨ ਸਾਡਾ ਬਣਿਆ। ਇਹ ਸਾਡਾ ਸਹੀ ਫੈਸਲਾ ਸੀ, ਕਿਉਂਕਿ ਅਸੀਂ ਉਹ ਕਹਿੰਦੇ ਆ ਆਮ ਬੰਦਾ ਬਣ ਕੇ ਚਲੇ ਜਾਵੇ, ਅਸੀਂ ਉਹਨੂੰ ਸਟੇਜ ਤੇ ਨਹੀਂ ਚੜ੍ਹਨ ਦਿੰਦੇ। ਸੁਖਬੀਰ ਬਾਦਲ ਗਿਆ, ਬਿਲਕੁਲ, ਪਰ ਉਹਨਾਂ ਨੂੰ ਸਟੇਜ ਤੇ ਨਹੀਂ ਉਹਨਾਂ ਨੇ ਟਕੈਤ ਸਾਹਿਬ ਨੇ ਚੜ੍ਹਨ ਦਿੱਤਾ। ਉਹਨਾਂ ਤੇ ਵੀ ਸਵਾਲ ਹੋਇਆ, ਉਹ ਕਹਿੰਦੇ ਜੀ ਮਿਲਣ ਕੋਈ ਆ ਸਕਦਾ। ਅਸੀਂ ਵੀ ਕਹਿੰਦੇ ਕੋਈ ਮਿਲਣ ਕੋਈ ਆ ਸਕਦਾ ਲੀਡਰ। ਰਖੜਾ ਸਾਹਿਬ ਨੇ ਵੀ ਉੱਥੇ ਲਾਇਆ ਹੋਇਆ ਲੰਗਰ, ਉੱਥੇ ਜਾਂਦੇ ਵੀ ਆ, ਪਰ ਉਹ ਸਟੇਜ ਤੇ ਤਾਂ ਨਹੀਂ ਜਾਂਦੇ ਨਾ। ਅਸੀਂ ਸਟੇਜ ਤੇ ਉਹਨਾਂ ਨੂੰ ਟਾਈਮ ਦਿੰਦੇ ਆ, ਕਿੰਨਾ ਉਹਨਾਂ ਨੇ ਲੰਗਰ ਵੱਡਾ ਲਾਇਆ ਹੋਇਆ। ਹੋਰ ਵੀ ਜਿਹੜੇ ਸਾਡਾ ਸਪੋਰਟ ਕਰਦੇ ਆ, ਕਾਂਗਰਸ ਵਾਲੇ ਵੀ ਕਰਦੇ ਆ, ਆਪ ਵਾਲੇ ਵੀ ਕਰਦੇ ਆ, ਚੰਗੀ ਗੱਲ ਆ, ਧੰਨਵਾਦ ਕਰਦੇ ਆ ਅਸੀਂ ਜਿਹੜੇ ਬੰਦੇ ਇਸ ਤਰ੍ਹਾਂ ਸਪੋਰਟ ਸਾਡੀ ਕਰਦੇ ਆ। ਪਰ ਇਹ ਸਾਡਾ ਫੈਸਲਾ ਸਹੀ ਸੀ ਵੀ ਅਸੀਂ ਉਹਨਾਂ ਨੂੰ ਸਟੇਜ, ਨਹੀਂ ਤਾਂ ਸਟੇਜਾਂ ਹੀ ਉਹਨਾਂ ਨੇ ਸਾਂਭ ਲੈਣੀਆਂ ਸੀਗੀਆਂ ਤੇ ਲੀਡਰ ਉਹਨਾਂ ਨੇ ਮੂਹਰੇ ਬਣ ਜਾਣਾ ਸੀ, ਸਾਨੂੰ ਤਾਂ ਪਿੱਛੇ ਬਿਠਾ ਦਿਆ ਕਰਨਾ ਸੀ। ਪਰ ਸਿਆਸਤਦਾਨਾਂ ਨਾਲ ਕਿਸਾਨ ਲੀਡਰਾਂ ਦੀ ਮੁਲਾਕਾਤਾਂ ਦਾ ਜਾਰੀ ਹੈ, ਜਿਵੇਂ ਰਾਕੇਸ਼ ਟਕੈਤ ਦੇ ਵੱਲੋਂ ਵੀ ਮਮਤਾ ਬੈਨਰਜੀ ਨਾਲ ਵੀ ਮੁਲਾਕਾਤ ਕੀਤੀ ਗਈ ਸੀ। ਹਾਂ, ਉਹ ਅਸੀਂ ਕਰ ਰਹੇ ਹਾਂ। ਉਹ ਅਸੀਂ ਸਿਆਸੀ ਇਹਨਾਂ ਨੂੰ ਕਰਨ ਲਈ, ਇਹਨਾਂ ਨੂੰ ਵੀ ਦਿਖਾਉਣ ਲਈ, ਅੱਖਾਂ ਦਿਖਾਉਣ ਲਈ ਲੀਡਰ ਤਾਂ ਸਾਨੂੰ ਇੱਕ ਚਾਹੀਦਾ ਨਾ। ਆਪੋਜੀਸ਼ਨ ਇੰਨੀ ਕਮਜ਼ੋਰ ਆ ਵੀ ਉਹ ਸਾਡੇ ਨਾਲ ਖੜੇ ਨਹੀਂ ਰਹੀ। ਇੱਕ ਸਾਨੂੰ ਆਸ ਦੀ ਕਰਨ ਦਿਖੀ ਆ ਵੀ ਮਮਤਾ ਚੰਗੀ ਲੇਡੀ ਆ, ਦੇਖੋ ਤੁਸੀਂ ਕਿਵੇਂ ਚੱਪਲਾਂ ਪਾ ਕੇ ਤੁਰੀ ਫਿਰਦੀ ਆ, ਕੋਈ ਪੈਨਸ਼ਨ ਨਹੀਂ ਲੈਂਦੀ। ਇੱਕ ਮਾਡਲ ਤਾਂ ਹੈ ਨਾ ਦੇਸ਼ ਲਈ, ਇੱਥੇ 8-8 10-10 ਪੈਨਸ਼ਨਾਂ ਲੈਂਦੇ ਆ ਲੋਕ। ਇਹ ਮਾਡਲ ਵੀ ਅਸੀਂ ਦਿਖਾਉਣਾ ਚਾਹੁੰਦੇ ਹਾਂ ਵੀ ਇਸ ਤਰ੍ਹਾਂ ਮਾਡਲ ਬਣਨਾ ਚਾਹੀਦਾ ਲੀਡਰ ਦਾ। ਲਖਵਾਲ ਸਾਹਿਬ, ਸਰਦਾਰਾ ਸਿੰਘ ਜੋਹਲ ਕਹਿੰਦੇ ਨੇ ਕਿ ਕਿਸਾਨ ਕੇਂਦਰ ਦੇ ਕੋਲ ਖੇਤੀ ਕਾਨੂੰਨਾਂ ਦਾ ਬਦਲ ਲੈ ਕੇ ਜਾਣ ਤਾਂ ਮਸਲੇ ਦਾ ਹੱਲ ਹੋਊਗਾ।
ਪਤਾ ਨਹੀਂ ਸਰਦਾਰਾ ਸਿੰਘ ਜੌਹਲ ਨੂੰ ਕੀ ਹੋਇਆ, ਮੈਨੂੰ ਨਾਲ ਜਦ ਇਹ ਕਾਨੂੰਨਾਂ ਦੀ ਗੱਲ ਵੀ ਹੋਈ ਆ, ਮੇਰੇ ਨਾਲ ਇੱਕ ਦੋ ਵਾਰ ਡਿਬੇਟ 'ਚ ਵੀ ਆਇਆ। ਇਕੱਲੇ ਇਹ ਅਰਥ ਸ਼ਾਸਤਰੀ ਆ ਪੰਜਾਬ ਦੇ, ਜਿਹੜੀ ਇਹ ਵਿਰੋਧਤਾ ਉਦੋਂ ਵੀ ਕਰਦੇ ਸੀ, ਉਦੋਂ ਪਹਿਲਾਂ ਕਹਿੰਦੇ ਰਹੇ ਕਾਨੂੰਨ ਬੜੇ ਚੰਗੇ ਆ। ਇਹ ਰਲ ਕੇ ਮੇਰੇ ਨਾਲ 2-3 ਵਾਰ ਡਿਬੇਟ 'ਚ ਵੀ ਬੈਠੇ ਆ ਜੀ, ਤੇ ਗਰਮੋ ਗਰਮੀ ਵੀ ਹੋਈ ਆ। ਤੇ ਮੈਨੂੰ ਤਾਂ ਨਹੀਂ ਸਮਝ ਆਉਂਦੀ ਵੀ ਕਿਉਂ ਉਹਨਾਂ ਨੂੰ ਇਹੋ ਜਿਹੀ ਗੱਲ ਲੱਗਦੀ ਆ। ਉਹ ਯੂਨੀਵਰਸਿਟੀ 'ਚ ਰਹੇ ਆ, ਹੋਰ ਯੂਨੀਵਰਸਿਟੀ ਜਿੰਨੇ ਪ੍ਰੋਫੈਸਰ ਨੇ ਇੱਥੇ ਯੂਨੀਵਰਸਿਟੀਆਂ, ਕੋਈ ਅਰਥ ਸ਼ਾਸਤਰੀ ਕਿ ਇੰਨੀ ਕਾਨੂੰਨਾਂ ਨੂੰ ਚੰਗਾ ਕਹਿੰਦਾ। ਪਤਾ ਨਹੀਂ ਇੱਕੋ ਨਵੀਂ ਹੁਣ ਪਾਰਟੀ ਪੂਟੀ ਬਣਾਉਣ ਲੱਗਿਆ, ਕੁਛ ਭਾਜਪਾ ਦਾ ਹੱਥ ਹੋਣਾ ਉਹਦੇ ਉੱਤੇ, ਕੁਛ ਇਹੋ ਜਿਹੀਆਂ ਗੱਲਾਂ ਵੀ ਹੋ ਸਕਦੀਆਂ ਨੇ, ਤੇ ਪਰ ਇਹ ਗੱਲਾਂ ਕਰਨੀਆਂ ਨਹੀਂ ਚਾਹੀਦੀਆਂ ਜੀ। ਲਖਵਾਲ ਸਾਹਿਬ, ਇੱਕ ਬਲਜੀਤ ਸਿੰਘ ਦਾਦੋਵਾਲ ਤੇ ਇੱਕ ਭਾਜਪਾ ਦਾ ਲੀਡਰ ਅਨਿਲ ਜੋਸ਼ੀ, ਉਹ ਕਹਿੰਦੇ ਅਸੀਂ ਵਿਚੋਲਗੀ ਕਰਨੇ ਨੂੰ ਤਿਆਰ ਹਾਂ ਜੇਕਰ ਕਿਸਾਨ ਚਾਹੁਣ, ਫਿਰ ਦੇਰੀ ਕਿਉਂ? ਨਹੀਂ, ਮੈਨੂੰ ਵੀ ਫੋਨ ਆਇਆ ਸੀ ਮਦਨ ਮੋਹਨ ਮਿੱਤਲ ਦਾ, ਟੀਵੀ ਰਾਹੀਂ ਸਿੱਧੀ ਹੋਈ ਸੀ ਗੱਲਬਾਤ ਜੀ, ਬਈ ਆਓ ਤੁਹਾਡੀ ਗੱਲ ਕਰਾ ਦਿੰਦੇ, ਸਾਡੇ ਨਾਲ ਗੱਲ ਕਰੋ। ਅਸੀਂ ਤਾਂ ਤਿਆਰ ਹਾਂ। ਮੈਂ ਕਿਹਾ ਸਿੰਘੂ ਬਾਰਡਰ ਤੇ ਬੈਠੀਆਂ ਜਥੇਬੰਦੀਆਂ, ਤੁਸੀਂ ਸਾਨੂੰ ਸੱਦਾ ਪੱਤਰ ਦਿਓ, ਤੇ ਅਸੀਂ ਕੋਈ ਵੀ ਵਿਚੋਲਗੀ ਕਰਨ ਲਈ, ਇਸ ਕੰਮ ਨੇਕ ਕੰਮ ਕਰਾਉਣ ਲਈ, ਇਹਨਾਂ ਨੂੰ ਕਾਨੂੰਨਾਂ ਨੂੰ ਵਾਪਸ ਕਰਾਉਣ ਲਈ, ਕੋਈ ਵੀ ਬੰਦਾ ਕਹੇ ਸਾਨੂੰ, ਅਸੀਂ ਜਾਣ ਲਈ ਤਿਆਰ ਹਾਂ, ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ। ਪਰ ਸਾਨੂੰ ਪ੍ਰਪੋਜ਼ਲ ਅਸੀਂ ਕਹਿੰਦੇ ਵੀ ਲੈ ਕੇ ਦਿਓ ਸਰਕਾਰ ਤੋਂ, ਤੇ ਅਸੀਂ ਚਲੇ ਜਾਵਾਂਗੇ। ਜੇਕਰ ਕੋਈ ਗੱਲਬਾਤ ਹੁੰਦੀ ਆ, ਕੋਈ ਤੁਹਾਨੂੰ ਬੁਲਾਇਆ ਜਾਂਦਾ, ਕੋਈ ਨਵੀਂ ਪ੍ਰਪੋਜ਼ਲ ਲੈ ਕੇ ਜਾਓਗੇ ਜਾਂ ਪਹਿਲਾਂ ਵਾਂਗੇ ਯੈਸ ਔਰ ਨੋ ਤੇ ਅੜੀ ਰਹੂਗੀ? ਨਹੀਂ, ਉਹ ਮੌਕੇ ਤੇ ਅਸੀਂ ਵਿਚਾਰ ਲਵਾਂਗੇ, ਕੋਈ ਇਹੋ ਜਿਹੀ ਗੱਲ ਨਹੀਂ, ਜਿਵੇਂ ਸਰਕਾਰ ਚਾਹੂਗੀ, ਕਿਉਂਕਿ ਮਸਲੇ ਲੈ ਦੇ ਕੇ ਨਿਬੜਦੇ ਹੁੰਦੇ ਨੇ ਹੱਲ। ਕੋਈ ਐਡੀ ਸਰਕਾਰ ਤਾਂ ਸਿੱਧੇ ਤੌਰ ਤੇ ਚਾਹੁੰਦੀ ਹੈ ਲਖਵਾਲ ਸਾਹਿਬ ਕਿ ਅਸੀਂ ਕਾਨੂੰਨ ਰੱਦ ਨਹੀਂ ਕਰਨੇ। ਨਹੀਂ, ਅਸੀਂ ਰੱਦ ਤੇ ਬੈਠੇ ਹਾਂ ਵੀ ਰੱਦ ਕਰਨੇ ਆ ਕਾਨੂੰਨ। ਚਲੋ ਕੋਈ ਹੋ ਸਕਦਾ ਵੀ ਉਦੋਂ ਕੋਈ ਮੌਕੇ ਤੇ ਸਾਡੇ ਪਿਛਲਾ ਰਸਤਾ, ਕੋਈ ਸਾਡੀਆਂ ਜਥੇਬੰਦੀਆਂ, ਮੈਂ ਨਹੀਂ ਗੱਲਾਂ ਕਹਿ ਸਕਦਾ, ਜਥੇਬੰਦੀਆਂ ਮੀਟਿੰਗ ਕਰਨਗੀਆਂ ਦੇਸ਼ ਦੇ ਭਲੇ ਤੇ ਕਿਸਾਨਾਂ ਦੇ ਹਿੱਤ ਲਈ ਵੀ ਆਹ ਠੀਕ ਆ, ਫਿਰ ਉਹਦੇ 'ਚ ਰਸਤਾ ਨਿਕਲਿਆ ਜਾ ਸਕਦਾ। ਜਿਹੜੀ ਤੁਸੀਂ ਚਿੱਠੀ ਲਿਖੀ ਆ, ਚਿੱਠੀ ਤੋਂ ਬਾਅਦ 1 ਮਹੀਨਾ ਬੀਤ ਗਿਆ, ਤੁਹਾਨੂੰ ਲੱਗਦਾ ਕੋਈ ਚਿੱਠੀ ਲਿਖ ਕੇ ਇੱਕ ਵੱਡੀ ਗਲਤੀ ਕਰ ਲਈ ਤੁਸੀਂ? ਨਹੀਂ, ਉਹ ਲੋਕਾਂ 'ਚ ਇਹੀ ਦਿਖਾਉਣਾ ਸੀਗਾ ਤੇ ਸਾਨੂੰ ਇਹ ਬਦਨਾਮ ਕਰਦੇ ਸੀਗੇ ਵੀ ਇਹ ਸਾਨੂੰ ਮਿਲਣਾ ਨਹੀਂ ਚਾਹੁੰਦੇ। ਜਿਵੇਂ ਹੁਣ ਵੀ ਕਹਿੰਦੇ ਮੀਟਿੰਗ ਅਸੀਂ ਕਰਾ ਦਿੰਦੇ ਹਾਂ, ਅਸੀਂ ਕਹਿੰਦੇ ਕਰਾਓ, ਫਿਰ ਅਸੀਂ ਤਾਂ ਹੁਣ ਲਿਖ ਕੇ ਹੀ ਦੇ ਤਾਂ ਲੋਕਾਂ ਨੇ ਕਿੰਨਾ ਸਰਾਇਆ, ਬਾਹਰ ਤੱਕ ਲੋਕਾਂ ਨੇ ਵੀ ਹਾਂ ਠੀਕ ਹੈ, ਕਿਸਾਨ ਤਾਂ ਬਈ ਇੱਕ ਸਟੈਪ ਅੱਗੇ ਚਲੇ ਗਏ ਨੇ। ਜਿਵੇਂ ਹੁਣ ਇਹ ਕਹਿੰਦੇ ਆ ਜੀ ਵੀ ਇਹ ਤਾਂ ਇੱਥੇ ਹੀ ਬੈਠੇ ਨੇ, ਆਉਂਦੇ ਹੀ ਨਹੀਂ, ਤਾਂ 3 ਕਾਨੂੰਨ ਰੱਦ ਕਰਾਉਣ ਤੇ ਬੈਠੇ ਆ। ਅਸੀਂ ਕਹਿੰਦੇ ਹਾਂ ਵੀ ਜਿਵੇਂ ਇਹ ਤੋਮਰ ਸਾਹਿਬ ਹੁਣੀ ਨੇ, ਖੇਤੀਬਾੜੀ ਮੰਤਰੀ ਹੈ, ਇਹ ਆਪਦੇ ਲੈਵਲ 'ਤੇ ਫੈਸਲੇ ਕਰਨ ਦੇ ਨਹੀਂ ਸਮਰੱਥ। ਇਹ ਜਦ ਸਾਡੇ ਨਾਲ ਮੀਟਿੰਗਾਂ ਹੁੰਦੀਆਂ ਸੀ, ਘੰਟੇ ਕੇ ਬਾਅਦ ਫਿਰ ਫੋਨ ਕਰਕੇ ਪੁੱਛ ਕੇ ਆਉਂਦੇ ਸੀ। ਅਸੀਂ ਕਹਿੰਦੇ ਹਾਂ ਵੀ PM ਸਾਡਾ ਬਣਾਇਆ ਹੋਇਆ, ਕਦੇ ਐਜੀਟੇਸ਼ਨਾਂ ਹੋਈਆਂ ਨੇ, ਅਸੀਂ ਕੀਤੀਆਂ ਨੇ, ਅਸੀਂ ਪਿੱਛੇ ਵੀ ਕੀਤੀਆਂ। ਡਾਕਟਰ ਮਨਮੋਹਨ ਸਿੰਘ ਵੇਲੇ ਜਦ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਸਾਡੀ ਜਥੇਬੰਦੀ ਨੇ ਬਣਵਾਈ ਸੀ, ਅਸੀਂ 1000 ਟਰੈਕਟਰ ਲੈ ਕੇ ਉਦੋਂ ਵੀ ਦਿੱਲੀ ਵੱਲ ਨੂੰ ਚੱਲੇ ਸੀ, ਕੱਡੀ ਭਾਰਤੀ ਕਿਸਾਨ ਯੂਨੀਅਨ ਲਖਵਾਲ। ਅਸੀਂ ਜਦ ਚੰਡੀਗੜ੍ਹ ਪਹੁੰਚੇ ਸੀ ਤਾਂ ਸਾਨੂੰ ਸੱਦਾ ਪੱਤਰ ਆ ਗਿਆ ਸੀ ਡਾਕਟਰ ਮਨਮੋਹਨ ਸਿੰਘ ਦਾ ਵੀ ਤੁਸੀਂ ਕੀ ਕਰਨਾ ਆਉਣਾ, ਮੈਨੂੰ ਮਿਲੋ, ਦੱਸੋ। ਅਸੀਂ ਉਹਨਾਂ ਨਾਲ ਮੀਟਿੰਗ ਕੀਤੀ, ਟਕੈਤ ਸਾਹਿਬ ਸੀਗੇ ਵੱਡੇ ਜੀ, ਲਖਵਾਲ ਸਾਹਿਬ ਸੀਗੇ, ਇਹਨਾਂ ਨੇ ਮੀਟਿੰਗ ਕੀਤੀ, 1-2 ਲੀਡਰ ਹੋਰ ਸਾਡੇ ਸੀਗੇ ਇੰਡੀਆ ਦੇ, ਉਹਨਾਂ ਨੇ ਉਹ ਕਹਿੰਦੇ ਮੈਂ ਕਮੇਟੀ ਬਣਾ ਦੇਣਾ। ਉਦੋਂ ਸਵਾਮੀਨਾਥਨ ਕਮਿਸ਼ਨ ਜਿਹੜਾ ਇਹ ਬਣਿਆ, ਉਹ ਅਸੀਂ ਕਮੇਟੀ ਬਣਾਈ। ਉਸ ਤੋਂ ਬਾਅਦ ਫਿਰ ਅਸੀਂ ਵਾਪਸ ਚਲੇ ਗਏ, ਪਰ ਬਦਕਿਸਮਤੀ 6 ਸਾਲ ਉਹਨਾਂ ਨੇ ਵੀ ਇਹ ਰਿਪੋਰਟ ਦੱਬੀ ਰੱਖੀ। ਫਿਰ ਅਸੀਂ ਧਰਨਾ ਮਾਰਿਆ ਜੰਤਰ ਮੰਤਰ ਤੇ, ਰਾਜਨਾਥ ਸਿੰਘ ਜੀ ਸਾਡੇ ਸਟੇਜ ਤੇ ਆ ਕੇ ਬੈਠੇ, ਸਾਡੇ ਕੋਲ ਵੀਡੀਓ ਵੀ ਮੌਜੂਦ ਆ, ਉਹਨਾਂ ਨੇ ਕਿਹਾ ਵੀ ਸਾਡੀ ਸਰਕਾਰ ਬਣਾ ਦਿਓ, ਅਸੀਂ ਇਹ ਲਾਗੂ ਕਰ ਦੇਵਾਂਗੇ। ਪਰ ਜੇ ਸਰਕਾਰ ਬਣਾਤੀ, ਅਸੀਂ ਇੰਨੀਆਂ ਵੋਟਾਂ ਪਾਤੀਆਂ, ਉਹ ਵੀ ਮੁੱਕਰ ਗਏ। ਫਿਰ ਕਹਿੰਦੇ C2+50 ਅਸੀਂ ਦੇ ਰਹੇ ਹਾਂ, ਅਸੀਂ ਆਮਦਨ ਦੁੱਗਣੀ ਕਰ ਲਾਂਗੇ। ਕੀ ਹੋਇਆ ਆਮਦਨ ਦੁੱਗਣੀ? ਅੱਜ ਤੁਸੀਂ ਦੇਖੋ MSP 3.5-4% ਤੇ ਸਿਰਫ ਵਧਾਈ ਆ, ਬਿਲਕੁਲ, ਤੇ ਡੀਜ਼ਲ 1.5 ਗੁਣਾ ਹੋ ਗਿਆ, ਹਰ ਚੀਜ਼ਾਂ ਹੀ 1.5 ਗੁਣਾ ਹੋ ਗਈਆਂ, ਪੈਸਟੀਸਾਈਡ, ਇਨਸੈਕਟੀਸਾਈਡ, ਖਾਦਾਂ, ਹਰ ਚੀਜ਼ ਰੇਡੀਆਂ ਹੋ ਗਈਆਂ ਨੇ। ਅਸੀਂ ਤਾਂ ਕਹਿੰਦੇ ਉਹਦੇ ਹਿਸਾਬ ਨਾਲ ਖਰਚੇ ਗਿਣ ਕੇ ਸਾਡੀਆਂ ਕੀਮਤਾਂ ਬੰਦੋ। ਇਹ 1906 ਜਿਹੜੀ ਹੈਗੀ ਆ 66-67 ਦੇ ਵਿੱਚ ਭਾਅ ਬੰਨਣੇ ਸ਼ੁਰੂ ਹੋ ਗਏ ਸੀ, ਉਦੋਂ 76 ਰੁਪਏ ਕਣਕ ਦਾ ਰੇਟ ਸੀ। ਅਸੀਂ ਕਹਿੰਦੇ ਉਹਨਾਂ ਕੰਪੇਅਰ ਕਰ ਲਓ, ਟਰੈਕਟਰ ਕਰ ਲਓ, ਸੋਨਾ ਕਰ ਲਓ, ਕੋਈ ਟੀਚਰ ਉਹਦੀ ਤਨਖਾਹ 100 ਗੁਣਾ ਤੇ 100 ਗੁਣਾ ਤੋਂ ਵੱਧ ਚੀਜ਼ਾਂ ਬਣੀਆਂ ਨੇ। ਤੇ ਕੋਈ ਮੁਲਾਜ਼ਮ ਦੀ ਤਨਖਾਹ, ਲੇਬਰ ਦੀ ਵੀ ਕਰ ਲਓ ਤੁਸੀਂ, ਲੇਬਰ ਵੀ, ਤੇ ਜਿਹੜੀ ਸਾਡੀ ਬਣੀ ਵਧੀਆ ਫਸਲ 20 ਗੁਣਾ, 19.5 ਤੋਂ 20 ਗੁਣਾ ਵਧੀਆ, ਜਦੋਂ ਸਾਨੂੰ ਘਾਟਾ ਪਿਆ 19 ਸਾਲਾਂ 'ਚ ਫਸਲਾਂ ਤੇ, ਅਸੀਂ ਕਰਜ਼ਾਈ ਹੋਏ, ਫਿਰ ਅਸੀਂ ਖੁਦਕੁਸ਼ੀਆਂ ਕਰਨ ਲੱਗੇ। ਅਸੀਂ ਤਾਂ ਕਹਿੰਦੇ ਹਿਸਾਬ ਕਰ ਲਓ ਸਾਡੇ ਨਾਲ ਬੈਠ ਕੇ, ਉਦੋਂ ਦਾ ਜਿੰਨਾ ਸਾਨੂੰ ਰੇਟ ਘੱਟ ਮਿਲਿਆ, ਤੇ ਸਾਡੇ ਵੱਲ ਤਾਂ ਕੋਈ ਕਰਜ਼ਾ ਹੀ ਨਹੀਂ ਨਿਕਲਦਾ। ਪੰਜਾਬ ਸਰਕਾਰ ਨੂੰ ਕਿੰਨਾ ਕੁ ਜ਼ਿੰਮੇਵਾਰ ਮੰਨਦੇ ਹੋ? ਨਹੀਂ, ਪੰਜਾਬ ਸਰਕਾਰ ਜਿਹੜੇ ਵਾਅਦੇ ਕੀਤੇ ਆ, ਵਾਅਦਾ ਇਹੋ ਜਿਹਾ ਨਹੀਂ ਸੀ ਕਰਨਾ ਚਾਹੀਦਾ, ਜਦ ਪਤਾ ਹੀ ਸੀ ਪੰਜਾਬ ਸਰਕਾਰ ਨੂੰ, ਜਿਹੜੇ ਆਪਣੇ ਮੰਤਰੀ ਬਣੇ ਨੇ, ਫਾਈਨਾਂਸ ਮਿਨਿਸਟਰ ਵੀ ਸੀ ਉਹ ਪਹਿਲਾਂ ਤੋਂ, ਉਹਨਾਂ ਨੂੰ ਪਤਾ ਸੀ ਸਾਰਾ ਕੁਝ ਵੀ ਅਸੀਂ ਨਹੀਂ ਦੇ ਸਕਦੇ, ਸਿਰਫ ਸਾਡੀਆਂ ਵੋਟਾਂ ਬਟੋਰਨ ਲਈ ਇਹੋ ਜਿਹਾ ਉਹਨਾਂ ਨੇ ਵਾਅਦਾ ਕੀਤਾ, ਜਿਹਦਾ ਵੱਡਾ ਨੁਕਸਾਨ ਕਿਸਾਨਾਂ ਨੂੰ ਹੋਇਆ। ਇਹਨਾਂ ਨੇ ਕਿਹਾ ਵੀ ਹੁਣ ਤੁਸੀਂ ਕਰਜ਼ਾ ਹੀ ਨਹੀਂ ਦੇਣਾ,
ਹੁਣ ਤਾਂ ਆੜਤੀਆਂ ਦਾ ਕਿਸੇ ਦਾ ਹੁਣ ਤਾਂ ਅਸੀਂ ਦੇਵਾਂਗੇ, ਸਰਕਾਰ ਦਊ। ਅਸੀਂ ਬੜੇ ਖੁਸ਼ ਹੋਏ, ਕਿਸਾਨ ਬੜੇ ਖੁਸ਼ ਹੋਏ, ਵੋਟਾਂ ਪਾਈਆਂ ਦੱਬ ਕੇ, ਵੀ ਲੋੜ ਹੀ ਨਹੀਂ ਦੇਣ ਦੀ, ਅਸੀਂ ਕਰਜ਼ੇ ਬੰਦ ਕਰਤੇ। ਤੁਹਾਨੂੰ ਲੱਗਦਾ ਇਸ ਬਿਆਨ ਦੇ ਨਾਲ ਖੁਦਕੁਸ਼ੀਆਂ ਦੇ ਵਿੱਚ ਵੀ ਵਾਧਾ ਹੋਇਆ? ਹਾਂ, ਮੈਂ ਉਹੀ ਗੱਲ ਤੇ ਆਉਣਾ, ਅਸੀਂ ਕਰਜ਼ੇ ਦੇਣੇ ਬੰਦ ਕਰਤੇ ਸਾਰਿਆਂ ਨੇ, ਵੀ ਚਲੋ ਕਰਜ਼ੇ ਤਾਂ ਹੁਣ ਕਾਂਗਰਸ ਸਰਕਾਰ ਨਹੀਂ ਦੇ ਦੇਣੇ ਨੇ, ਕੈਪਟਨ ਸਾਹਿਬ ਨਹੀਂ ਦੇ ਦੇਣੇ ਨੇ, ਤੇ ਉਹ ਸਾਨੂੰ ਵਿਆਜ ਪਿਆ, ਡਬਲ ਵਿਆਜ ਪੈਣ ਲੱਗ ਗਿਆ। ਬਿਲਕੁਲ। ਤੇ ਉਹ ਅਸੀਂ ਹੋਰ ਔਖੇ ਹੋ ਗਏ, ਜਿੱਥੇ ਅਸੀਂ 50,000 ਦੇਣਾ ਸੀ ਤਾਂ ਸਾਨੂੰ ਉਹ ਲੱਖ ਬਣ ਗਿਆ। ਕਿਸ਼ਤਾਂ ਅਸੀਂ ਛੱਡ ਲਈਆਂ, ਵੀ ਸਾਲ 2 ਸਾਲ ਦੇਖੇ ਹੋ, ਫਿਰ ਥੋੜੇ ਬਹੁਤੇ ਕਿਤੇ ਮਾਫ ਕਰਤੇ, ਥੋੜੇ ਜਿਹੇ ਐਵੇਂ, ਉਹਦੇ ਉਦੋਂ ਤੋਂ ਵੱਧ ਸਾਨੂੰ ਵਿਆਜ ਪੈ ਗਿਆ। ਇਹ ਸਾਡਾ ਵੱਡਾ ਨੁਕਸਾਨ ਹੋਇਆ ਇਹਦੇ ਤੇ। ਇੱਕ ਮਨੋਹਰ ਲਾਲ ਖੱਟਰ ਦਾ ਹੋਰ ਬਿਆਨ ਆਇਆ, ਬੜਾ ਹਾਸੋਹੀਣਾ ਵੀ ਕਹਿ ਸਕਦੇ ਹਾਂ, ਤੁਹਾਡੇ ਲਈ ਸ਼ਾਇਦ ਇਹ ਬੜਾ ਹੈਰਾਨੀਜਨਕ ਵੀ ਹੋਵੇ। ਉਹ ਕਹਿ ਰਹੇ ਜਿਹੜੇ ਕਿਸਾਨ ਧਰਨੇ 'ਚ ਬੈਠੇ ਨੇ, ਉਹ ਜਿਹੜੀ ਨੇੜੇ ਤੇੜੇ ਔਰਤਾਂ ਰਹਿੰਦੀਆਂ ਨੇ, ਉਹਨਾਂ 'ਤੇ ਮਾੜੀ ਨਜ਼ਰ ਰੱਖ ਰਹੇ ਨੇ। ਬੜੀ ਮਾੜੀ ਗੱਲ ਆ। ਸਾਡਾ ਬੜਾ ਉਹਨਾਂ ਨਾਲ ਪ੍ਰੇਮ ਪਿਆਰ ਆ, ਜਿਹੜੇ ਪਰਿਵਾਰ ਆ ਸਾਡੇ ਨਾਲ ਬੈਠੇ ਆ। ਸਾਡੇ ਕੋਲ ਸਾਡੇ ਲੰਗਰਾਂ 'ਚੋਂ ਖਾਣਾ ਬਣਾਉਣ ਵੀ ਆਉਂਦੀਆਂ ਸਾਡੀਆਂ ਬੀਬੀਆਂ ਭੈਣਾਂ ਮਾਤਾਵਾਂ, ਤੇ ਉਹ ਉੱਥੇ ਖਾਣਾ ਖਾ ਕੇ ਵੀ ਜਾਂਦੇ ਆ। ਕੱਲ ਵੀ ਮੈਂ ਸਾਡੇ IT ਸੈੱਲ ਨੂੰ ਕਿਹਾ ਸੀ ਵੀ ਤੁਸੀਂ ਵੀਡੀਓ ਬਣਾਓ, ਘਰਾਂ 'ਚ ਜਾਓ, ਵੀ ਆਹ ਲਾਈਨ ਲੱਗੀ ਹੋਈ ਆ, ਆਪਾਂ ਖਾਣਾ ਵੀ ਖਿਲਾਉਂਦੇ ਆ ਉਹਨਾਂ ਨੂੰ, ਖਾਣਾ ਸਾਡੇ ਬਣਾਉਣ ਵੀ ਆਉਂਦੇ ਨੇ ਉਹ। ਸਾਡੇ ਕੋਲ ਤਾਂ ਇਹ ਬਜ਼ੁਰਗ ਜਿਹੜੇ ਉੱਥੇ ਬੈਠੇ ਆ ਜਾਂ ਅਸੀਂ ਬੈਠੇ ਆ, ਸਾਨੂੰ ਤਾਂ ਘਰਾਂ ਤੱਕ ਵੀ ਫਰਿੱਜ 'ਚ ਸਮਾਨ, ਸਾਡੇ ਬੰਦੇ ਦਹੀਂ ਰੱਖੇ ਆਉਂਦੇ ਆ, ਲੱਸੀ ਰੱਖੇ ਆਉਂਦੇ ਆ। ਸਾਡੇ ਤਾਂ ਬਜ਼ੁਰਗਾਂ ਦੇ ਕੱਪੜੇ ਧੋ ਕੇ ਵੀ ਉਹ ਦਿੰਦੀਆਂ ਨੇ। ਇਹ ਇਸ ਤਰ੍ਹਾਂ ਐਵੇਂ ਸਾਨੂੰ ਬਦਨਾਮ ਕਰਨ ਦੀ ਇਹ ਕੋਸ਼ਿਸ਼ ਨਾ ਕਰਨ, ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਪੂਰਾ ਮਾਣ ਸਤਿਕਾਰ ਅਸੀਂ ਦਿੰਦੇ ਹਾਂ। ਪੰਜਾਬੀ ਤਾਂ ਹੈ ਹੀ ਇਹੋ ਜਿਹੇ। ਪੰਜਾਬੀ ਤਾਂ ਜੇ ਕੋਈ ਕਿਸੇ ਦੀ ਧੀ ਭੈਣ ਨੂੰ ਕੋਈ ਮਾੜਾ ਸੜਕਦੇ ਜਾਂਦਾ ਕਹਿ ਦੇਵੇ ਤਾਂ ਉਹ ਢਾਲੂਗਾ ਪੰਜਾਬੀ। ਆਪਾਂ ਬਰਦਾਸ਼ਤ ਨਹੀਂ ਕਰ ਸਕਦੇ ਗੱਲਾਂ, ਇਹ ਗੱਲਾਂ ਗਲਤ ਨੇ, ਜਾਣ ਕੇ ਰੰਗਤ ਇਹ ਦਿੱਤੀ ਜਾ ਰਹੀ ਆ। ਜਿਵੇਂ ਉਦੋਂ ਅੰਦੋਲਨ ਹਰਿਆਣੇ ਵਾਲਿਆਂ ਨੂੰ ਦਿੱਤੀ ਸੀਗੀ, ਇਹਨਾਂ ਦੇ ਬੰਦੇ ਹੀ ਖਰਾਬ ਕਰਨਾ ਚਾਹੁੰਦੇ ਨੇ, ਬਦਨਾਮ ਕਰਨਾ ਚਾਹੁੰਦੇ ਆ। ਲਖੋਵਾਲ ਸਾਹਿਬ ਕਦੇ ਕਹਿੰਦੇ ਨੇ ਇੱਕ ਕਾਲ ਦੀ ਦੂਰੀ ਤੇ, ਦੂਜੇ ਪਾਸੇ ਪ੍ਰਧਾਨ ਜਿਹੜੇ ਭਾਜਪਾ ਦੇ ਅਸ਼ਵਨੀ ਸ਼ਰਮਾ, ਉਹ ਕਹਿੰਦੇ ਨੇ ਕਿ ਦਰਵਾਜ਼ੇ ਖੁੱਲੇ ਨੇ, ਤੇ ਤੀਜੇ ਪਾਸੇ ਦੇਖਿਆ ਜਾਵੇ ਤੋਮਰ ਜੀ ਕਹਿੰਦੇ ਨੇ ਅੱਧੀ ਰਾਤ ਨੂੰ ਗੱਲਬਾਤ ਕਰਨ ਲਈ ਤਿਆਰ ਆ। ਨਹੀਂ, ਫਿਰ ਸ਼ਰਤਾਂ ਲਾਉਣ ਦੀ ਕੀ ਲੋੜ ਆ? ਅਸੀਂ ਤਾਂ ਤਿਆਰ ਹਾਂ। ਕਾਨੂੰਨ ਰੱਦ ਨਹੀਂ ਹੋਣਗੇ, ਆ ਜਾਓ, ਇਹ ਗੱਲ ਕਹਿਣ ਦੀ ਕੀ ਲੋੜ ਆ? ਉੱਥੇ ਜੇ ਅਸੀਂ ਤਕੜੇ ਹੋਏ ਤਾਂ ਅਸੀਂ ਖਾ ਲਾਂਗੇ। ਅਸੀਂ ਕਹਿੰਦੇ ਵੀ CPM ਗੱਲ ਕਰੇ, ਜਿਹੜੀ ਮੈਂ ਗੱਲ ਵਿੱਚ ਰਹਿ ਗਈ ਸੀ, ਵੀ ਅੱਜ ਤੱਕ ਸਾਡੀਆਂ ਜਥੇਬੰਦੀਆਂ ਨੂੰ 7 ਸਾਲ ਹੋ ਗਏ ਜੀ। ਸਰਮੋਰ ਜਥੇਬੰਦੀਆਂ ਬੈਠੀਆਂ 40 ਜਿਹੜੀਆਂ ਵੱਡੀਆਂ ਜਥੇਬੰਦੀਆਂ ਨੇ, ਉਹਨਾਂ ਚੋਂ ਕਿਸੇ ਨੂੰ PM ਮਿਲਿਆ? ਕੀ ਗੱਲ ਮੁਸ਼ਕ ਆਉਂਦਾ ਸਾਡੇ ਤੋਂ? ਅਸੀਂ ਵੀ ਸੋਹਣੇ ਕੱਪੜੇ ਪਾਉਂਦੇ ਹਾਂ, ਮੈਂ ਟੀ-ਸ਼ਰਟ ਪਾਈ ਬੈਠਾ ਅੱਜ, ਇੱਤਰ ਉੱਤਰ ਵੀ ਲਾ ਲੈਂਦੇ ਹਾਂ, ਸਾਨੂੰ ਕਿਉਂ ਨਹੀਂ ਮਿਲ ਸਕਦੇ ਹੈਗੇ? PM ਕਿਉਂ ਨਹੀਂ ਮਿਲ ਸਕਦਾ? ਇਹ ਸਾਡੇ ਨਾਲ ਸਿੱਧੀ ਗੱਲ ਕਰੇ। ਹੋ ਸਕਦਾ ਕੋਈ ਵਿਚਲਾ ਰਾਹ ਉੱਥੇ ਬੈਠ ਕੇ ਨਿਕਲਿਆ ਆਵੇ। ਇਹ ਮਿਨਿਸਟਰ ਇੰਨੇ ਕੈਪੇਬਲ ਨਾ ਹੋਣ, ਇਹੋ ਜਿਹੀ ਗੱਲਬਾਤ ਨਾ ਕਰ ਸਕਦੇ ਹੋਣ, ਵੀ ਇਹ ਰਾਹ ਨਾ ਕੱਢ ਸਕਦੇ ਹੋਣ, PM ਨਾਲ ਰਾਹ ਨਿਕਲਿਆ ਆਵੇ। ਅਸੀਂ ਕਹਿੰਦੇ ਸਿੱਧੀ PM ਨਾਲ ਗੱਲ ਕਰਾਓ, ਸ਼ਾਇਦ ਰਾਹ ਨਿਕਲਿਆ। 26 ਜੂਨ ਨੇੜੇ ਆ ਰਹੀ ਹੈ। 26 ਜੂਨ ਨੂੰ ਲੈ ਕੇ ਕੀ ਵੱਡੀਆਂ ਤਿਆਰੀਆਂ ਨੇ? 26 ਜੂਨ ਨੂੰ ਅਸੀਂ ਸਾਰੇ ਦੇਸ਼ ਦੇ ਵਿੱਚ, ਕਿਉਂਕਿ ਇਹ ਕਹਿੰਦੇ ਆ ਇਹ ਪੰਜਾਬ, ਹਰਿਆਣਾ ਤੇ ਕੁਛ UP ਤੇ ਕੁਛ ਰਾਜਸਥਾਨ ਦਾ ਅੰਦੋਲਨ ਆ ਜੀ, ਅਸੀਂ ਹੁਣ ਸਾਰੀ ਸਟੇਟਾਂ ਦੇ ਵਿੱਚ ਸੱਦਾ ਦਿੱਤਾ ਵੀ ਰਾਜਪਾਲਾਂ ਦੇ ਵੱਲ ਨੂੰ ਇੱਕ ਰੋਸ ਮਾਰਚ ਕਰਾਂਗੇ, ਤੇ ਉਹਦੇ 'ਚ ਮੈਮੋਰੰਡਮ ਅਸੀਂ ਉਹਨਾਂ ਨੂੰ ਦੇਵਾਂਗੇ, ਰਾਜਪਾਲ ਨੂੰ, ਉਹ ਰਾਸ਼ਟਰਪਤੀ ਦੇ ਨਾਂ ਦੇਵਾਂਗੇ। ਕੀ ਲੱਗਦਾ ਕਿ ਜਿਵੇਂ ਪਹਿਲਾਂ 26 ਆਈ ਸੀ, ਪਹਿਲਾਂ 26 ਨੂੰ ਤੁਸੀਂ ਟਰੈਕਟਰ ਪਰੇਡ ਕੀਤੀ ਸੀ, ਉਸ ਤੋਂ ਬਾਅਦ 26 ਨੂੰ KMP ਰੋਡ ਜਾਮ ਕੀਤਾ ਸੀ, ਫਿਰ 26 ਨੂੰ ਜਿਹੜਾ ਸਾਰਾ ਭਾਰਤ ਬੰਦ ਦਾ ਐਲਾਨ ਕੀਤਾ ਸੀ, ਹੁਣ 26 ਦਾ ਕੀ ਅਸਰ ਹੋਊਗਾ? ਨਹੀਂ, ਉਹ ਇੱਕ ਤਾਂ ਅਸੀਂ ਸਰਕਾਰ ਨੂੰ ਦਿਖਾਉਣਾ ਵੀ ਇਕੱਲੇ ਇਹ 2-3 ਸੂਬਿਆਂ ਦੀ ਗੱਲ ਨਹੀਂ, ਸਾਰੀਆਂ ਸਟੇਟਾਂ 'ਚ ਇਹ ਮੈਮੋਰੰਡਮ ਦਿੱਤੇ ਜਾਣਗੇ, ਰੋਸ ਮਾਰਚ ਕੀਤੇ ਜਾਣਗੇ। ਪ੍ਰਬੰਧਕ ਕਮੇਟੀ ਦੇ ਵਿੱਚ ਮੇਰੀ ਵੀ ਡਿਊਟੀ ਲੱਗੀ ਆ, ਮੈਂ ਚੰਡੀਗੜ੍ਹ ਹੁਣ 2-3 ਦਿਨ ਇਹੀ ਕੰਮ ਕਰਨੇ ਨੇ। ਅਸੀਂ ਪੰਜਾਬ ਵਾਲਿਆਂ ਨੇ ਗੁਰਦੁਆਰਾ ਅੰਬ ਸਾਹਿਬ 11 ਵਜੇ ਇਕੱਠੇ ਹੋਣਾ, ਉੱਥੋਂ ਅਸੀਂ ਘੰਟੇ ਡੇਢ ਘੰਟਾ ਇਕੱਠੇ ਹੋ ਕੇ 12:30-1 ਵਜੇ ਦੇ ਕਰੀਬ ਉੱਥੋਂ ਅਸੀਂ ਗਵਰਨਰ ਹਾਊਸ ਵੱਲ ਨੂੰ ਮਾਰਚ ਸ਼ਾਂਤਮਈ ਢੰਗ ਦੇ ਨਾਲ ਕਰਾਂਗੇ। ਇਸ ਤਰ੍ਹਾਂ ਹਰਿਆਣੇ ਵਾਲੇ ਗੁਰਦੁਆਰਾ ਨਾਢਾ ਸਾਹਿਬ ਇਕੱਠੇ ਹੋਣਗੇ, ਉਹ ਗਵਰਨਰ ਹਾਊਸ ਵੱਲ ਨੂੰ ਮਾਰਚ ਕਰਾਂਗੇ। ਪੂਰਨ ਸ਼ਾਂਤਮਈ ਹੋਊ, ਕੋਈ ਇਹ ਗੱਲ ਸਪਸ਼ਟ ਕਰ ਦੇਵਾਂ, ਕੋਈ ਘਰਾਓ ਨਹੀਂ ਹੋਊ, ਕੋਈ ਭੰਨ ਤੋੜ ਨਹੀਂ ਹੋਊ, ਸ਼ਾਂਤਮਈ ਹੋਊਗਾ। ਤੇ ਬਾਕੀ ਜੇ ਜਿੱਥੇ ਕਿਤੇ ਰੋਕਣਗੇ ਉੱਥੇ ਫਿਰ ਲੀਡਰ ਮੂਹਰੇ ਲੱਗੇ ਹੋਣਗੇ, ਉਹ ਆਪਦੀ ਰਣਨੀਤੀ ਤੈਅ ਕਰ ਲੈਣਗੇ ਵੀ ਮੈਮੋਰੰਡਮ ਕੌਣ ਲੈਣ ਆਉਂਦਾ, ਕਿੱਥੇ ਜਾ ਕੇ ਦੇਣਾ, ਉਹ ਮੌਕੇ ਤੇ ਅਸੀਂ ਫੈਸਲਾ ਕਰ ਲਵਾਂਗੇ। ਉਹ ਫੈਸਲਾ ਜਿਹੜਾ ਤੁਹਾਨੂੰ ਜੇਕਰ ਰੋਕਿਆ ਗਿਆ, ਜਿਵੇਂ ਤੁਸੀਂ ਕਿਹਾ ਸੀ ਵੀ ਅਸੀਂ ਜਦੋਂ ਟਰੈਕਟਰ ਪਰੇਡ ਕਰਨੀ ਉਦੋਂ ਵੀ ਰੋਕਿਆ ਗਿਆ ਸੀ, ਉਹ ਫੈਸਲਾ ਔਨ ਦੀ ਸਪੋਰਟ ਲਿਆ ਜਾਊਗਾ ਜਾਂ ਪਹਿਲਾਂ ਤੋਂ ਰਣਨੀਤੀ ਬਣਾਈ ਜਾਊਗੀ ਕਿ ਜੇਕਰ ਰੋਕਿਆ ਤਾਂ ਪੁਲਿਸ ਦੇ ਨਾਲ ਟੱਕਰੇ ਵੀ ਹੋ ਸਕਦੇ ਨੇ? ਨਹੀਂ, ਟੱਕਰਾ ਨਹੀਂ ਕਰਦੇ ਅਸੀਂ ਤਾਂ ਸ਼ਾਂਤਮਈ ਕਰਦੇ ਹਾਂ। ਅਸੀਂ ਲੜਾਈ ਥੋੜ੍ਹੋ ਲੜਨੀ ਆ ਕਿਸੇ ਨਾਲ, ਹਥਿਆਰਬੰਦ ਪੁਲਿਸ ਆ ਜਾਂ ਅਸੀਂ ਬੰਦੇ ਥੋੜ੍ਹੋ ਮਰਵਾਉਣੇ ਆ ਕਿਸੇ ਨਾਲ, ਤੇ ਅਸੀਂ ਤਾਂ ਪੂਰਨ ਸ਼ਾਂਤਮਈ ਤੁਰਾਂਗੇ।
ਤੇ ਉਹ ਸਾਨੂੰ ਪਤਾ ਲੱਗ ਜੂਗਾ, ਪੁਲਿਸ ਸੁਨੇਹਾ ਦਊਗੀ ਵੀ ਕਿੱਥੇ ਮੈਮੋਰੰਡਮ ਕਿਵੇਂ ਦੇਣਾ। ਉਹ ਮੌਕੇ ਤੇ ਜਿਹੜੀ ਸਾਡੀ ਪਹਿਲਾਂ ਇੱਕ ਰੂਟ ਜਿਹੜਾ ਮੈਪ ਜਿਹੜਾ ਬਣਾਇਆ ਜਾਊਗਾ, ਤਿਆਰ ਕੀਤਾ ਜਾਊਗਾ। ਹਾਂ ਆ ਗਿਆ ਉਹ। ਮੈਂ ਪਰਸੋਂ ਗੁਰਦੁਆਰਾ ਸਾਹਿਬ ਮੈਨੇਜਰ ਸਾਹਿਬ ਨਾਲ ਮੀਟਿੰਗ ਆ, ਉੱਥੇ ਲੰਗਰ ਦਾ ਇੰਤਜ਼ਾਮ, ਸਪੀਕਰ ਦਾ ਇੰਤਜ਼ਾਮ, ਹਰ ਇੰਤਜ਼ਾਮ ਉੱਥੇ ਮੈਂ ਦੇਖਣੇ ਆ। ਤੇ ਸਾਡੀ 5 ਮੈਂਬਰੀ ਕਮੇਟੀ ਬਣੀ ਆ, ਉਹ ਅਸੀਂ ਉੱਥੇ ਮੀਟਿੰਗ ਕਰਾਂਗੇ। ਮੀਟਿੰਗ ਕਰਕੇ ਅਸੀਂ ਰਣਨੀਤੀ ਉੱਥੇ ਤਿਆਰ ਕਰਾਂਗੇ ਵੀ ਕਿਹੜਾ ਰੋਡ ਕਿੱਧਰ ਨੂੰ ਜਾਣਾ, ਉਹ ਤੈਅ ਕਰਕੇ ਫਿਰ ਉਸ ਤਰ੍ਹਾਂ। ਹਾਲੇ ਤੈਅ ਹੋਣਾ ਬਾਕੀ ਆ? ਹਾਂ, ਉਹ ਤੈਅ 5 ਮੈਂਬਰੀ ਕਮੇਟੀ ਕਰ ਲੂਗੀ। ਤੇ ਇੱਕ ਭਾਜਪਾ ਦੇ ਹਰਜੀਤ ਗਰੇਵਾਲ ਦੀ ਗੱਲ ਕੀਤੀ ਜਾਵੇ, ਮੇਰੇ ਨਾਲ ਇੰਟਰਵਿਊ ਦੌਰਾਨ ਵੀ ਉਹ ਇਹ ਗੱਲ ਕਹਿ ਰਹੇ ਸੀ ਕਿ ਜਿਹੜੇ ਕਿਸਾਨ ਲੀਡਰ ਨੇ ਉਹ ਕਿਸਾਨ ਨਹੀਂ, ਕਿਸਾਨ ਅਸਲ ਉਹ ਨੇ ਜਿਹੜੇ ਸੜਕਾਂ ਤੇ ਬੈਠੇ ਨੇ। ਕਿਉਂਕਿ ਕਿਸਾਨ ਲੀਡਰ ਤਾਂ ਕਹਿੰਦੇ ਸਾਡੇ ਕੋਲ ਵੀ ਆਉਂਦੇ ਨੇ, ਦਾਰੂ ਸ਼ੁਰੂ ਪੀਂਦੇ ਨੇ, ਮੁਰਗਾ ਖਾਂਦੇ ਨੇ, ਬੱਕਰੇ ਬੁਲਾਉਂਦੇ ਨੇ। ਬੜੀ ਮਾੜੀ ਗੱਲ ਹੈ ਇਹਦੀ, ਬੜੀ ਮਾੜੀ ਸ਼ਬਦਾਵਲੀ ਹੈ। ਇਹਨਾਂ ਨੂੰ ਇਹੋ ਜਿਹੀਆਂ ਗੱਲਾਂ ਕਿਸਾਨ ਹੋ ਕੇ ਨਹੀਂ ਕਰਨੀਆਂ ਚਾਹੀਦੀਆਂ ਹੈਗੀਆਂ। ਕਿਉਂ ਨਹੀਂ ਬੈਠੇ ਹੈਗੇ? ਅਸੀਂ ਘਰ-ਬਾਰ ਛੱਡੀ ਬੈਠੇ ਹਾਂ, ਸਾਡੇ ਵੀ ਬੱਚੇ ਨੇ। ਸਾਨੂੰ ਵੀ ਰੋਜ਼ ਫੋਨ ਆਉਂਦੇ ਸੀ ਵੀ ਕਰੋਨਾ ਹੋ ਜੂ, ਆਹ ਹੋ ਜੂ। ਬਿਮਾਰ ਵੀ ਅਸੀਂ, ਟਾਈਫਾਈਡ ਵੀ ਹੋਏ ਆ, ਸਾਡੇ ਲੀਡਰ ਬਿਮਾਰ ਵੀ ਹੋਏ ਨੇ। ਠੰਡਾਂ ਦੇ ਵਿੱਚ ਉਵੇਂ ਪਾਣੀਆਂ 'ਚ ਬੈਠੇ ਹਾਂ ਅਸੀਂ। ਤੇ ਅਸੀਂ ਜੇ ਲੋਕ ਲੀਡਰ ਉਹਨਾਂ ਨਾਲ ਬੈਠੇ ਆ, ਰੋਜ਼ ਮੈਂ ਲੰਗਰ 'ਚ ਅਸੀਂ ਖਾਣਾ ਖਾਂਦੇ ਆ ਉਹਨਾਂ 'ਚ। ਮੈਂ ਸਾਡੇ ਜਿਵੇਂ ਸਾਡੀ ਜਥੇਬੰਦੀ ਦੇ 10-12 ਲੰਗਰ ਚੱਲਦੇ ਆ, ਮੈਂ ਰੋਜ਼ ਇੱਕ ਨਵੇਂ ਲੰਗਰ 'ਚ ਜਾ ਕੇ ਉੱਥੇ ਉਹਨਾਂ ਕੋਲ ਸਵੇਰੇ 10-11 ਵਜੇ ਖਾਣਾ ਖਾਂਦਾ। ਰੋਜ਼ ਤੁਸੀਂ ਮੇਰੇ ਚੈੱਕ ਕਰ ਲਓ, ਫੋਟੋ ਪਾਈ ਹੋਊ ਉਹਨਾਂ ਦੇ ਨਾਲ ਬੈਠਿਆਂ ਦੀ। ਉਹ ਕਹਿੰਦੇ ਖਾਣਾ ਜ਼ਰੂਰ ਖਾਂਦੇ ਨੇ, ਉੱਥੇ ਬੈਠਦੇ ਨੇ, ਪਰ ਰਾਤ ਨੂੰ ਸੌਂਦੇ ਹੋਟਲਾਂ 'ਚ ਨੇ। ਨਹੀਂ ਚਲੋ, ਕੋਈ ਕਿਸੇ ਨੂੰ ਪ੍ਰੋਬਲਮ ਵੀ ਆ, ਕੋਈ ਬਜ਼ੁਰਗ ਲੀਡਰ ਵੀ ਨੇ ਸਾਡੇ 80-80, 90-90 ਸਾਲ ਦੇ ਲੀਡਰ ਨੇ, ਉਹਨਾਂ ਨੂੰ ਪ੍ਰੋਬਲਮ ਆ, ਕਿਸੇ ਨੂੰ ਹਾਰਟ ਦੀ ਪ੍ਰੋਬਲਮ ਆ। ਉਹ ਸਾਰਾ ਦਿਨ ਉੱਥੇ ਬੈਠਦੇ ਆ, ਮੀਟਿੰਗਾਂ ਕਰਦੇ ਨੇ, ਪ੍ਰੈਸ ਨਾਲ ਉਹਨਾਂ ਨੂੰ ਟੈਕਲ ਕਰਨਾ। ਸ਼ਾਮ ਨੂੰ ਜਾ ਕੇ ਉਹਨਾਂ ਨੇ ਕੋਈ ਲਿਖਣਾ ਵੀ ਆ, ਕੁਛ ਸੋਚਣਾ ਵੀ ਆ। ਜੇ ਉਹ ਕਿਸੇ ਕੋਈ ਹੋਟਲ 'ਚ ਰਹਿ ਪੈਂਦਾ ਹੋਊ ਜਾਂ ਕਿਸੇ ਕਮਰੇ 'ਚ ਰਹਿ ਪੈਂਦਾ ਹੋਊ, ਫਿਰ ਉਹ 'ਚ ਮਾੜੀ ਗੱਲ ਵੀ ਕੀ ਗੱਲ ਆ? ਆਮ ਲੀਡਰਸ਼ਿਪ ਉੱਥੇ ਰਹਿੰਦੀ ਆ। ਜੇ ਕੋਈ 2-4 ਬੰਦੇ ਰਹਿੰਦੇ ਆ, ਕੋਈ ਇਹੋ ਜਿਹੀ ਮਾੜੀ ਗੱਲ ਨਹੀਂ, ਮੈਂ ਨਹੀਂ ਉਹਨੂੰ ਮਾੜੀ ਮੰਨਦਾ। ਜੇ 4 ਘੰਟੇ ਕੋਈ ਆਰਾਮ ਕਰਿਆ ਤੇ ਬਾਥਰੂਮ ਯੂਜ਼ ਕਰਿਆ ਜਾ ਕੇ, ਐਂ ਤਾਂ ਸਾਨੂੰ ਵੀ ਕਮਰਾ ਦਿੱਤਾ ਕਿਸੇ ਨੇ ਫਲੈਟ ਦੇ ਵਿੱਚ, ਅਸੀਂ ਵੀ ਜਾ ਕੇ ਨਹਾ ਕੇ ਆਉਂਦੇ ਆ, ਅਸੀਂ ਵੀ ਉੱਥੇ 4 ਘੰਟੇ ਆਰਾਮ ਕਰਦੇ ਆ, ਫਿਰ ਅਸੀਂ ਆ ਜਾਂਦੇ ਹਾਂ, ਬੈਠ ਜਾਂਦੇ ਆ ਕੇ। ਹੁਣ KMP ਤੇ ਅਸੀਂ ਰਾਤ ਨੂੰ ਉੱਥੇ ਬੈਠੇ ਹਾਂ। ਇਸ ਲਈ ਕੋਈ ਇਹੋ ਜਿਹੀ ਗੱਲ ਨਹੀਂ, ਐਵੇਂ ਬਦਨਾਮ ਕਰਨ ਦੀਆਂ ਗੱਲਾਂ ਨੇ। ਲੀਡਰਾਂ ਨੇ ਸਾਰਾ ਕੁਝ ਦੇਖਣਾ ਹੁੰਦਾ, ਉਹਨੇ ਸਟ੍ਰੈਟਜੀ ਵੀ ਬਣਾਉਣੀ ਹੁੰਦੀ ਆ, ਕਿਤੇ ਵੀਡੀਓ ਵੀ ਕਾਨਫਰੰਸ ਕਰਨੀ ਹੁੰਦੀ ਹੈ, ਕਿ TV ਨੂੰ ਇੰਟਰਵਿਊ ਵੀ ਦੇਣੀ ਹੁੰਦੀ ਆ, ਤੇ ਉਹ ਲਾਈਟ 'ਚ ਦਿੱਤੀ ਜਾ ਸਕਦੀ ਹੁੰਦੀ ਹੈ ਇਹੋ ਜਿਹੀਆਂ ਗੱਲਾਂ। ਬਿਲਕੁਲ। ਯੂਪੀ ਦੀਆਂ ਤਿਆਰੀਆਂ ਕਿਵੇਂ ਨੇ? ਯੂਪੀ ਦੇ ਵਿੱਚ ਹੁਣ ਪਿਛਲੀਆਂ ਵੀ ਇਲੈਕਸ਼ਨਾਂ ਹੋਈਆਂ ਨੇ ਜਿਹੜੀਆਂ, ਉਹਨਾਂ ਦੇ ਵਿੱਚ ਦੇਖ ਲਓ ਤੁਸੀਂ, ਆਪ ਮਹਾਰੇ ਲੋਕਾਂ ਨੇ ਇਹਨਾਂ ਨੂੰ ਹਰਾਤਾ। ਨਹੀਂ, ਆਮ ਜਿਹਦੀ ਸਰਕਾਰ ਹੁੰਦੀ ਆ ਉਹਦੇ ਹੀ ਜਿਹੜੇ ਜ਼ਿਲ੍ਹਾ ਪ੍ਰੀਸ਼ਦ ਜਾਂ ਜਿਹੜੇ ਆਪਾਂ ਤੁਸੀਂ ਦੇਖ ਲਓ ਇੱਥੇ ਬਣੇ ਹੀ ਨੇ। ਬਿਲਕੁਲ। ਕੋਈ ਵੀ ਛੋਟੀ ਇਲੈਕਸ਼ਨ ਹੋਵੇ, ਜਿਹਦੀ ਸਰਕਾਰ ਆ ਉਹਦੀ ਜਿੱਤਦੇ ਹੁੰਦੇ ਆ ਬੰਦੇ। ਉੱਥੇ ਸਾਫੇ ਕਰਤੇ 1100 ਸੀਟਾਂ ਦੇ ਟਰੈਕਟਰ ਚੋਣ ਨਿਸ਼ਾਨ ਤੇ ਬੰਦੇ ਆਪੇ ਜਿੱਤ ਗਏ, ਸੰਯੁਕਤ ਮੋਰਚੇ ਦੇ ਨਾਂ ਦੇ ਉੱਪਰ ਹੀ। ਕੋਈ ਅਸੀਂ ਅਜੇ ਇਹ ਐਲਾਨ ਹੀ ਨਹੀਂ ਸੀ ਕੀਤਾ। ਇਸ ਲਈ ਇਹ ਪਤਾ ਨਹੀਂ ਲੱਗਦਾ ਵੀ ਮੋਰਚਾ ਕੀ ਆ, ਮੋਰਚਾ ਖੜ ਗਿਆ, ਮੋਰਚਾ ਥੰਮ ਗਿਆ। ਮੋਰਚਾ ਵੱਧ ਰਿਹਾ, ਸਾਡੇ ਨਾਲ ਲੋਕ ਜੁੜ ਰਹੇ ਆ, ਸਾਡੇ ਨਾਲ ਸਟੇਟਾਂ ਜੁੜ ਰਹੀਆਂ, ਲੋਕਾਂ ਨੂੰ ਪਤਾ ਲੱਗ ਰਿਹਾ। ਪਹਿਲਾਂ ਲੋਕਾਂ ਨੂੰ ਪਤਾ ਨਹੀਂ ਸੀ ਇਹ ਗੱਲਾਂ ਦਾ, ਤੇ ਹੁਣ ਉਹ ਇਹ ਲੱਗਦਾ ਤਾਂ ਇਹ ਆ ਵੀ ਜਿਹੜੀ ਅਸੀਂ ਸਟੇਟਾਂ 'ਚ 4-5 'ਚ ਇਲੈਕਸ਼ਨ ਹੋਣੀ ਆ, ਪੂਰਨ ਤੌਰ ਤੇ ਇਹਨਾਂ ਨੂੰ ਸਾਫ਼ ਕਰ ਦੇਵਾਂਗੇ। ਲਖੋਵਾਲ ਸਾਹਿਬ, ਚਲੋ ਯੂਪੀ ਦੀ ਗੱਲ ਤਾਂ ਹੋਈ, ਤੁਸੀਂ ਯੂਪੀ ਦੇ ਵਿੱਚ ਵੀ ਪ੍ਰਚਾਰ ਕਰ ਰਹੇ ਹੋ, ਜਾ ਕੇ ਜਾਗਰੂਕ ਕਰ ਰਹੇ ਹੋ, ਪੱਛਮੀ ਬੰਗਾਲ 'ਚ ਵੀ ਕੀਤਾ, ਪੰਜਾਬ ਦੀਆਂ ਚੋਣਾਂ ਵੀ ਨੇੜੇ ਆ ਰਹੀਆਂ ਨੇ, ਕਿਤੇ ਇਹ ਤਾਂ ਨਹੀਂ ਹੋਊਗਾ ਕਿ ਕਿਸਾਨ ਨਿਸ਼ਾਨਾ 2022 ਬਹਾਨਾ? ਨਹੀਂ, ਸਾਡੇ ਜਿਹੜਾ ਹੈਗੇ ਨੇ ਜਾਂ 32 ਜਥੇਬੰਦੀਆਂ ਸੀ ਨਿਕਲੀਆਂ ਇੱਥੋਂ, ਸਾਡੇ ਸਾਰਿਆਂ ਦੇ ਵੱਖੋ ਵੱਖਰੇ ਵਿਊ ਨੇ। ਕੋਈ ਇਲੈਕਸ਼ਨ ਦੇ ਹੱਕ 'ਚ ਆ, ਕੋਈ ਬਾਈਕਾਟ ਦੇ ਹੱਕ 'ਚ ਹੁੰਦਾ, ਕੋਈ ਅਕਾਲੀ ਦਲ ਦਾ ਵੀ ਸਹਿਮਤੀ ਹੋ ਸਕਦੀ ਆ, ਕਿਸੇ ਨਾਲ ਕਾਂਗਰਸ ਨਾਲ ਵੀ ਹੋ ਸਕਦੀ ਆ, ਕਿਸੇ ਦੀ ਆਪ ਨਾਲ ਵੀ ਹੋ ਸਕਦੀ ਆ, ਕੋਈ ਆਪ ਗੱਲ ਵੀ ਕਰ ਸਕਦਾ ਵੀ ਅਸੀਂ ਵੀ ਆਪੇ ਲੜਨੀ ਆ। ਇਹੋ ਜਿਹੀ ਅਜੇ ਕੋਈ ਗੱਲ ਨਹੀਂ ਹੈਗੀ। ਸਿਰਫ ਤੇ ਸਿਰਫ ਸਾਨੂੰ ਤਾਂ ਜਿਵੇਂ ਉਹ ਮੱਛੀ ਦੀ ਅੱਖ ਵਾਂਗੂ ਦਿਸਦਾ, ਇਹ 3 ਕਾਨੂੰਨ ਦਿਸਦੇ ਨੇ। ਇੱਕ ਇਹਨਾਂ ਤੋਂ ਬਿਨਾਂ ਅਸੀਂ ਕੋਈ ਇਹੋ ਜਿਹੀ ਗੱਲ ਸੋਚਦੇ ਵੀ ਨਹੀਂ। ਅਸੀਂ ਇਹ ਵੀ ਬਿਆਨ ਵੀ ਦਿੱਤਾ ਵੀ ਇਹ ਸੋਚੋ ਵੀ ਨਾ, ਤੁਸੀਂ ਗੱਲ ਕਿਸਾਨਾਂ ਨੂੰ ਵੀ ਕਿਹਾ ਹੈ, ਜਾਣ ਕੇ ਆਪਾਂ ਨੂੰ ਇਹ ਗੱਲਾਂ 'ਚ ਲਾਉਂਦੇ ਆ। ਅਜੇ ਲੰਮਾ ਸਮਾਂ ਹੈਗਾ, ਅੰਦੋਲਨ ਜਿੱਤ ਲਈਏ ਫਿਰ ਬੈਠ ਕੇ, ਜਿਵੇਂ ਵੀ ਸਾਰੀਆਂ ਕਹਿਣਗੇ ਪਾਰਟੀਆਂ ਦੀ ਇੱਕ ਬਹੁਮਤ ਹੋਈ, ਇੱਕ ਰਾਏ ਹੋਈ, ਤੇ ਉਹ ਆਪਾਂ ਉਹ ਕਰ ਲਵਾਂਗੇ। 22 ਦੀਆਂ ਚੋਣਾਂ ਤੇ ਜਿਹੜੀਆਂ ਨੇੜੇ ਆ ਰਹੀਆਂ ਨੇ, ਉਸਦਾ ਕਿਸਾਨ ਅੰਦੋਲਨ ਤੇ ਅਸਰ ਪਊਗਾ? ਕਿਉਂਕਿ ਅਕਸਰ ਇਹ ਦੇਖਿਆ ਜਾਂਦਾ ਜਿਹੜੇ ਨੌਜਵਾਨ ਉੱਥੇ ਬੈਠੇ ਨੇ ਉਹੀ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਜਾਂਦੇ ਨੇ। ਨਹੀਂ, ਹੁਣ ਵੀ ਰੈਲੀਆਂ ਤਾਂ ਕਰਦੇ ਹੀ ਰਹੇ ਆ, ਕਰੀ ਜਾਣ। ਉਹ ਬੰਦੇ ਹੈਗੇ ਆ, ਉਹਨਾਂ ਨੇ ਰੈਲੀਆਂ 'ਚ ਵੀ ਜਾਣਾ। ਤੇ ਸਾਡੇ ਕੋਲ ਤਾਂ ਪੱਕੇ ਜਿਹੜੇ ਹੁਣ ਸਾਡੇ ਕੋਲ ਬੰਦੇ ਬੈਠੇ ਆ, ਕਮਿਟਡ ਜਥੇਬੰਦੀਆਂ ਦੇ ਬੰਦੇ ਬੈਠੇ ਆ, ਤੇ ਜਦ ਅਸੀਂ ਆਵਾਜ਼ ਮਾਰਦੇ ਆ, ਹੁਣ ਕਈ ਲੋਕ ਕਹਿੰਦੇ ਜੀ ਬੰਦੇ ਘਟ ਗਏ, ਝੋਨਾ ਲਾਉਣ ਅਸੀਂ ਛੁੱਟੀ ਦਿੱਤੀ ਆ। ਅਸੀਂ ਉੱਥੇ ਆਵਾਜ਼ ਮਾਰੀ ਸੀ 28 ਤਰੀਕ ਤੋਂ ਲੈ ਕੇ ਜਥੇਬੰਦੀਆਂ 10 ਤਰੀਕ ਤੱਕ, ਮਈ ਤੱਕ, 10 ਜੂਨ ਤੱਕ, 28 ਮਈ ਤੋਂ ਲੈ ਕੇ ਬਈ ਅਸੀਂ ਜਥੇ ਲੈ ਕੇ ਜਾਵਾਂਗੇ। ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ, ਮੈਂ 2 ਜਥੇ, ਇੱਕ ਜਥਾ ਉੱਥੇ ਲੈ ਕੇ ਗਿਆ, ਬਿਲਕੁਲ 1000 ਬੰਦੇ ਦਾ, ਇੱਕ ਟਿੱਕਰੀ ਜਥਾ ਲੈ ਕੇ ਗਿਆ, ਸ਼ੰਭੂ ਬਾਰਡਰ ਤੋਂ ਰਵਾਨਾ ਹੋਇਆ ਜਿਹੜਾ। ਹਾਂਜੀ ਹਾਂਜੀ,
ਤੇ ਅਸੀਂ ਵੀ ਇਸ ਤਰ੍ਹਾਂ ਜਥੇ ਲੈ ਕੇ ਗਏ ਆ ਤੇ ਸਾਰੀਆਂ ਜਥੇਬੰਦੀਆਂ ਲੈ ਕੇ ਗਈਆਂ ਨੇ। ਜਦ ਅਸੀਂ ਆਵਾਜ਼ ਮਾਰਾਂਗੇ ਸਾਨੂੰ ਪਤਾ ਵੀ ਹਜ਼ਾਰਾਂ ਲੱਖਾਂ ਕਿਸਾਨ ਇੱਕਦਮ ਉਮੜ ਕੇ ਉੱਥੇ ਆ ਜਾਊਗਾ, ਪਰ ਅਸੀਂ ਕੰਮ ਵੀ ਨਾਲ ਦੇਖਣਾ। ਅਸੀਂ ਕੰਮ ਕਿੰਨਾ ਛਡਾ ਲਿਆ। ਝੋਨੇ ਦਾ ਕੰਮ ਬੜਾ ਵੱਡਾ ਕੰਮ ਹੁੰਦਾ, ਕਿਉਂਕਿ ਬਿਜਲੀ ਦੀ ਸਮੱਸਿਆ, ਮੋਟਰ ਚਲਾਉਣੀ 8 ਘੰਟੇ ਬਿਜਲੀ ਆਉਂਦੀ ਆ। ਹੁਣ ਇੰਨਾ ਕੁ ਮਾੜਾ ਹਾਲ ਆ, ਮੈਂ ਹੁਣ ਜਾ ਕੇ ਆਇਆ ਪਿੰਡ ਦੇ ਵਿੱਚ, ਉਹ ਕਹਿੰਦੇ ਹਫ਼ਤਾ ਹੋ ਗਿਆ ਮੋਟਰਾਂ ਤੇ ਬਿਜਲੀ ਉਹ ਨਹੀਂ ਆਈ ਹੈਗੀ, ਲਾਈਨਾਂ ਹੀ ਨਹੀਂ ਕੋਈ ਠੀਕ ਕਰਦਾ। ਐਡਾ ਕੁ ਮਾੜੀ ਕਾਰਗੁਜ਼ਾਰੀ ਆ ਬਿਜਲੀ ਬੋਰਡ ਦੀ, ਕੋਈ ਰਿਪੇਅਰ ਹੀ ਨਹੀਂ ਕਰਦਾ, ਕੋਈ ਢਿੱਲੀਆਂ ਤਾਰਾਂ ਹੀ ਨਹੀਂ ਕਰਦਾ ਠੀਕ, ਆਪੇ ਬੰਦੇ ਪੈਸੇ ਲਾ ਕਰਦੇ ਨੇ। ਉਹ ਲਈ ਆਏ ਨੇ। ਹੁਣ 26 ਤੋਂ ਬਾਅਦ ਤੁਸੀਂ ਦੇਖ ਲਿਓ ਆਪ ਮਹਾਰੇ ਅਸੀਂ ਬੜੇ ਥੋੜੇ ਬੰਦੇ ਕਿਹਾ, ਅਸੀਂ ਤਾਂ ਇਹ ਨਹੀਂ ਕਿਹਾ ਵੀ ਕੋਈ ਵੱਡੀ ਰੈਲੀ ਕਰਨੀ ਹੈ ਜਾਂ ਕੁਛ ਅਸੀਂ ਇਕੱਠ ਕਰਨਾ। ਆਮ ਅਸੀਂ ਹਦਾਇਤ ਦਿੱਤੀ ਆ ਵੀ ਨੇੜੇ ਤੇੜੇ ਜ਼ਿਲ੍ਹੇ, ਸਾਰੇ ਪੰਜਾਬ ਨੂੰ ਵੀ ਨਹੀਂ ਅਸੀਂ ਕਿਹਾ ਵੀ ਨੇੜੇ ਤੇੜੇ ਵਾਲੇ ਜ਼ਿਲ੍ਹੇ ਜਾ ਕੇ ਆਪਾਂ ਜਿਹੜਾ ਰੋਸ ਧਰਨਾ ਦੇ ਆਓ, ਤੇ ਉਹਦੇ ਤੇ ਅਸੀਂ ਲਿਮਟਿਡ ਬੰਦੇ ਲਿਖਾਏ ਆ। ਦੇਖਿਓ ਤੁਸੀਂ ਆਮ ਮਹਾਰੇ ਲੋਕਾਂ ਨੇ ਉੱਥੇ ਆ ਜਾਣਾ, ਹਜ਼ਾਰਾਂ ਬੰਦਾ ਚਲੇ ਜਾਓ। ਕਿਉਂਕਿ ਪਹਿਲਾਂ ਸ਼ੁਰੂਆਤ ਹੋਈ ਸੀ ਉਦੋਂ ਠੰਡ ਦਾ ਮੌਸਮ ਵੀ ਨਿਕਲਿਆ, ਗਰਮੀ ਦਾ ਮੌਸਮ ਵੀ ਜਾ ਰਿਹਾ, ਹੁਣ ਬਾਰਿਸ਼ਾਂ ਦਾ ਮੌਸਮ ਚੱਲ ਰਿਹਾ। ਉੱਥੇ ਮਾਹੌਲ ਕਿਸ ਤਰ੍ਹਾਂ ਜਿਹੜੇ ਕਿਸਾਨ ਨੇ, ਬਜ਼ੁਰਗ ਵੀ ਨੇ 80 90 ਸਾਲ ਦੇ, ਉਹ ਕਿਸ ਤਰ੍ਹਾਂ ਇਸ ਸਥਿਤੀ ਨੂੰ ਜਿਹੜਾ ਸਾਰਾ ਦੇਖਦੇ ਨੇ? ਸਰਦੀ ਥੋੜੀ ਕੱਟਣੀ ਸੌਖੀ ਆ ਜੀ, ਕਿਉਂਕਿ ਬੰਦਾ ਇੱਕ ਕੰਬਲ ਹੋਰ ਲੈ ਲੈਂਦਾ। ਬੰਦੇ ਟਰਾਲੀ ਦੇ ਵਿੱਚ ਵੱਧ ਹੁੰਦੇ ਸੀ ਉਦੋਂ, 8-8 7-7 ਸੀ, ਸੇਕ ਲੈਂਦੇ ਸੀ, ਲੱਕੜਾ ਮਿਲ ਜਾਂਦੀਆਂ ਸੀ, ਬੰਦੇ ਸੇਕ ਲੈਂਦੇ ਸੀ। ਗਰਮੀ ਤੇ ਜਿਹੜਾ ਬਰਸਾਤ ਦਾ ਥੋੜਾ ਜਿਹਾ ਮੌਸਮ ਔਖਾ ਹੁੰਦਾ, ਕਿਉਂਕਿ ਬਰਸਾਤ ਨੇ ਪਿੱਛੇ ਹਨੇਰੀਆਂ ਜਾਂ ਇੰਨਾ ਕੁਛ ਆਇਆ, ਝੱਖੜ ਆਏ ਨੇ, ਉਹਨਾਂ ਨੇ ਸਾਡੇ ਟੈਂਟ ਖਾੜਤੇ। ਫਿਰ ਅਸੀਂ ਕਿਹੜਾ ਕੋਈ ਭਰਤ ਪਾ ਕੇ ਜਾਂ ਉੱਚੀ ਜਗ੍ਹਾ ਤੇ ਬੈਠੇ ਹਾਂ, ਅਸੀਂ ਤਾਂ ਸੜਕਾਂ ਤੇ ਬੈਠੇ ਹਾਂ। ਫਿਰ ਸਾਡੇ ਟੈਂਟਾਂ 'ਚ ਪਾਣੀ ਵੀ ਆਇਆ, ਤੇ ਫਿਰ ਤਰਪਾਲਾਂ ਹੀ ਨੇ, ਸਿੱਧਾ ਮੀਂਹ ਦੂਜੇ ਪਾਸਿਓਂ ਪੈ ਜਾਂਦਾ ਤਾਂ ਪਾਣੀ ਸਾਡੇ ਤਰਪਾਲਾਂ 'ਚ, ਟਰਾਲੀਆਂ 'ਚ। ਪਰ ਅਸੀਂ ਕਾਫੀ ਹੁਣ ਘਰ ਜਿਹੜੇ ਨੇ ਆ ਪੱਕੇ, ਅਸੀਂ ਡੇਰੇ ਕਾਫੀ ਬਣਾ ਲਏ ਨੇ, ਕਾਨਾਂ ਦੇ, ਬਾਂਸਾਂ ਦੇ, ਤਰਪਾਲਾਂ ਦੇ, ਕਾਫੀ ਇੰਤਜ਼ਾਮ ਕਰ ਲਿਆ। ਤੇ ਪਰ ਕੋਈ ਗੱਲ ਨਹੀਂ, ਡੋਲ ਨਹੀਂ ਹੈਗੇ। ਮੈਂ ਕੱਲ ਵੀ ਗਿਆ, ਬਜ਼ੁਰਗ 91 ਸਾਲ ਦੇ ਨੂੰ ਪੁੱਛਿਆ ਵੀ ਬਾਬਾ ਜੀ ਕਿਵੇਂ ਆ? ਕਹਿੰਦੇ ਜੀ ਅੜਿਆਂ ਬੈਠਾ, ਮੈਨੂੰ ਕੋਈ ਤਕਲੀਫ ਨਹੀਂ ਹੈਗੀ। ਤੇ ਮੈਂ ਘਰ ਕਹਿੰਦਾ ਨਹੀਂ ਜਾਣਾ, ਘਰ ਦਾ ਮੋਰਚਾ ਜਿੱਤ ਕੇ ਜਾਣਾ। ਇਹੋ ਜਿਹੇ ਸਾਡੇ ਕੋਲ ਬਹੁਤ ਕਿਸਾਨ ਨੇ ਜਿਹੜੇ ਇੱਕ ਦਿਨ ਵੀ ਘਰ ਨਹੀਂ ਆਏ। ਜਾਣੀ ਕਿ ਹੌਸਲੇ ਪੂਰੇ ਬੁਲੰਦ ਨੇ। ਹਰੇਕ ਨੂੰ ਪੁੱਛ ਲਓ, ਨਹੀਂ ਤੁਸੀਂ, ਉਹ ਕਹਿੰਦਾ ਤੁਸੀਂ ਪਿੱਛੇ ਨਾ ਹਟਿਓ, ਅਸੀਂ ਨਹੀਂ ਜਾਂਦੇ, ਸਾਨੂੰ ਤਾਂ ਇਹੀ ਕੁਝ ਚਾਹੀਦਾ। ਲੀਡਰ ਦੇ ਜੇ ਮਗਰ ਬੰਦੇ ਆ ਤਾਂ ਹੀ ਲੀਡਰ ਆ ਅਸੀਂ। ਜੇ ਉਹ ਘਰ ਨੂੰ ਆ ਜਾਣਗੇ ਤਾਂ ਅਸੀਂ ਵੀ ਵਾਪਸ ਆ ਜਾਣਗੇ। ਪਰ ਲੋਕਾਂ ਦੇ ਹੌਸਲੇ ਬੁਲੰਦ ਨੇ। ਕੋਈ ਰਾਸ਼ਨ ਪਾਣੀ ਹੈਗਾ, ਕੋਈ ਇਹੋ ਜਿਹੀ ਗੱਲ ਨਹੀਂ। 6 ਮਹੀਨੇ ਤਾਂ ਅਸੀਂ ਕਹਿ ਕੇ ਗਏ ਸੀ, 6 ਮਹੀਨੇ ਹੋ ਗਏ, 7ਵਾਂ ਚੱਲ ਪਿਆ ਕੰਮ, ਤੇ ਰਾਸ਼ਨ ਪਾਣੀ ਸਾਰਾ ਕੁਝ ਸਪਲਾਈ ਸਾਨੂੰ ਜਾਈ ਜਾਂਦੀ ਆ। ਕੋਈ ਵੱਡਾ ਪ੍ਰੋਗਰਾਮ 26 ਤੋਂ ਬਾਅਦ ਕੋਈ ਦੋਗੇ? ਕਿਉਂਕਿ ਸ਼ਾਂਤਮਈ ਪ੍ਰਦਰਸ਼ਨ ਚੱਲ ਰਹੇ ਨੇ, ਕੋਈ ਅਸਰ ਤਾਂ ਹੋ ਨਹੀਂ ਰਿਹਾ। ਹਾਂ, ਅਸੀਂ ਕੋਈ ਮੌਨਸੂਨ ਦਾ, ਇਹਨਾਂ ਦਾ ਕੋਈ ਸਰਦ ਰੁੱਤ ਦਾ ਕੋਈ ਸੈਸ਼ਨ ਆਇਆ ਜੀ, ਉਹਦੇ ਤੇ ਅਸੀਂ 26 ਤੋਂ ਬਾਅਦ 2 ਦੀ ਵੀ ਅਸੀਂ ਸੰਯੁਕਤ ਮੋਰਚੇ ਦੀ ਇੱਕ ਮੀਟਿੰਗ ਰੱਖੀ ਹੋਈ ਆ ਜੀ। ਤੇ 2 ਨੂੰ ਵੀ ਅਸੀਂ ਇਹ ਪਹਿਲਾਂ 1-2 ਮੀਟਿੰਗਾਂ 'ਚ ਵਿਚਾਰ ਕਰਾਂਗੇ। ਵੱਡੇ ਪ੍ਰੋਗਰਾਮ ਦੇਣਾ ਪਊਗਾ ਸਾਨੂੰ ਲੱਗਦਾ। ਹੁਣ ਕਿਸ ਤਰ੍ਹਾਂ ਦਾ ਉੱਥੇ, ਜਿਵੇਂ ਪਹਿਲਾਂ ਸਾਜ਼ਿਸ਼ਾਂ ਰਚੀਆਂ ਜਾਂਦੀਆਂ ਸੀ, ਆਪਣੇ ਬੰਦੇ ਵੀ ਜਿਹੜੇ ਭੇਜੇ ਜਾਂਦੇ ਸੀਗੇ ਅੰਦੋਲਨ ਨੂੰ ਬਦਨਾਮ ਕਰਨ ਦੇ ਲਈ, ਹੁਣ ਕਿਸ ਤਰ੍ਹਾਂ ਸੁਖਾਲਾ ਮਾਹੌਲ ਆ ਉੱਥੇ? ਨਹੀਂ, ਅਜੇ ਵੀ ਕੁਛ ਨਾ ਕੁਛ ਰੋਜ਼ ਸ਼ਰਾਰਤਾਂ ਹੁੰਦੀਆਂ ਨੇ। ਹੁਣ ਕੱਲ ਪਰਸੋਂ ਹੀ ਹੋਈ ਆ ਟਿਕਰੀ ਬਾਰਡਰ ਤੇ ਜੀ, ਤੇ ਇੱਕ ਬੰਦੇ ਨੂੰ ਅੱਗ ਲਾ ਲਈ ਉਹਨੇ। ਤੇ ਜਿਹੜੀ ਹੁਣ ਸਾਡੇ ਕੋਲ ਰਿਪੋਰਟ ਕੱਲ ਆਈ ਆ, ਉਹ ਬੰਦਾ ਆਪ ਪੈਟਰੋਲ ਪੰਪ ਤੋਂ ਤੇਲ ਲੈ ਕੇ ਗਿਆ, ਪੈਟਰੋਲ ਆਪ ਜਾ ਕੇ ਉਹਨੇ ਅੱਗ ਲਾਈ ਆ ਤੰਬੂਆਂ ਦੇ ਕੋਲ। ਫਿਰ ਉਹਨੂੰ ਜਾ ਕੇ ਆਪਣੇ ਬੰਦਿਆਂ ਨੇ, ਕਿਸਾਨਾਂ ਨੇ ਅੱਗ ਬੁਝਾਈ ਆ, ਉਹਤੇ ਕੰਬਲ ਦਿੱਤਾ। ਫਿਰ ਉਹਨੂੰ ਪੁੱਛਿਆ ਗਿਆ, ਉਹਦੀ ਵੀਡੀਓ ਵੀ ਸਾਡੇ ਕੋਲ ਹੈਗੀ ਆ, ਵੀ ਤੁਸੀਂ ਕਿਉਂ ਲਾਈ ਆ ਇਹ, ਖੁਦਕੁਸ਼ੀ ਕਿਉਂ ਕਰਨ ਲੱਗੇ ਹੋ? ਉਹ ਕਹਿੰਦਾ ਮੈਂ ਪਰਿਵਾਰ ਤੋਂ ਤੰਗ ਆ। ਫਿਰ ਉਹ ਕਹਿੰਦਾ ਮੈਂ ਵਾਈਫ ਤੋਂ ਤੰਗ ਆ, ਆਪਦੀ ਤੋਂ। ਫਿਰ ਉਹਨੂੰ ਚੱਕ ਕੇ, ਉਹਦਾ ਭਰਾ ਜਿਹੜਾ ਪੈਟਰੋਲ ਪੰਪ ਤੇ ਵੀ ਉਹਦਾ ਪਿੰਡ ਦਾ ਮੁੰਡਾ ਸੀ ਜਿਹਨੇ ਤੇਲ ਪਾਇਆ ਸੀ, ਉਹਦੇ ਘਰੇ ਗਿਆ, ਉਹਦਾ ਭਰਾ ਨੂੰ ਲੈ ਕੇ ਆਇਆ, ਉਹਨੂੰ ਚੱਕ ਕੇ ਲੈ ਗਏ। ਫਿਰ ਪੁਲਿਸ ਨੇ ਜਾਣ ਕੇ, ਕਿਉਂਕਿ ਉਹ ਸਰਪੰਚ ਵੀ ਕੁਛ ਭਾਜਪਾ ਦੇ ਨੇੜੇ ਆ ਉਹ ਪਿੰਡ ਦਾ, ਉਹਨਾਂ ਤੋਂ ਜਾਣ ਕੇ ਕਹਾਤਾ ਵੀ ਇਹ ਕਿਸਾਨਾਂ ਨਾਲ ਦਾਰੂ ਪੀਂਦਾ ਸੀ, ਇਹ ਲੜਾਈ ਹੋਇਆ ਕਿਸਾਨਾਂ ਦੇ ਤੇ ਅੱਗ ਲਾਈ ਆ। ਇਸ ਜਿਹੀਆਂ ਗੱਲਾਂ ਰੋਜ਼, ਫਿਰ ਹੁਣ ਰੋਜ਼ ਜਿਹੜੇ ਆਲੇ ਦੁਆਲੇ ਪਿੰਡਾਂ ਦੇ ਬੱਚੇ ਕਹਿੰਦੇ ਆ ਜੀ ਇਹ ਸਾਨੂੰ ਤੰਗ ਕਰਦੇ ਆ, ਦੁਕਾਨਾਂ ਵਾਲਿਆਂ ਨੂੰ, ਪੰਪਾਂ ਵਾਲਿਆਂ ਨੂੰ ਕਹਿੰਦੇ ਆ ਸਾਡੇ ਤੋਂ ਟਰੈਕਟਰ ਹਟਾਓ, ਸਾਡਾ ਰਸਤਾ ਖਾਲੀ ਕਰੋ, ਸਾਨੂੰ ਤਕਲੀਫ ਹੁੰਦੀ ਹੈ। ਇਹੋ ਜਿਹਾ ਕੁਛ ਰੋਜ਼ ਸ਼ਰਾਰਤਾਂ ਇਹ ਭਾਜਪਾ ਦੇ ਲੀਡਰ ਤੇ ਪ੍ਰਸ਼ਾਸਨ ਨੇ ਕਰਵਾ ਰਿਹਾ। ਲੱਖੇ ਸਿਧਾਣੇ ਨੂੰ ਲੈ ਕੇ ਸਵਾਲ ਆ ਲਖਵਾਲ ਸਾਹਿਬ ਜੀ। ਲੱਖਾ ਸਿਧਾਣਾ ਜਿਹੜਾ ਕਹਿੰਦਾ ਸੀ ਮੈਂ ਸਟੇਜ ਤੇ ਵੀ ਜਾਊਂਗਾ, ਰੋਡੂ ਸਿੰਘ ਮਾਨਸਾ ਨੇ ਵੀ ਕਿਹਾ ਸੀ ਸਾਡੀ ਸਟੇਜ ਦੇ ਉੱਤੇ ਲੱਖਾ ਸਿਧਾਣਾ ਆ ਕੇ ਬੋਲਣ, ਕੋਈ ਹੱਥ ਵੀ ਨਹੀਂ ਲਾ ਸਕਦਾ ਉਦੋਂ, ਤੇ ਹੁਣ ਲੱਖਾ ਸਿਧਾਣਾ ਨਜ਼ਰ ਨਹੀਂ ਆਉਂਦੇ ਕਿਸਾਨ ਮੋਰਚੇ 'ਚ। ਨਹੀਂ, ਕਹਿੰਦੇ ਸੀ ਅਸੀਂ ਤਾਂ ਆਪਦੇ ਸੀਗੇ ਇੱਕ ਦਿਨ ਜਿੱਦਣ ਕਿ MP ਕੋ ਏਰੀਆ ਵੀ ਉਹਨਾਂ ਨੇ ਆਉਣਾ, ਕੋਈ ਗੱਲ ਨਹੀਂ, ਕੋਈ ਵੀ ਮੋਰਚੇ ਦੇ ਵਿੱਚ ਆ ਸਕਦਾ ਜੀ। ਪਰ ਜਿਹੜੀਆਂ ਕੋਈ ਬੰਦਸ਼ਾਂ ਹੈਗੀਆਂ ਨੇ ਉਹ ਤਾਂ ਹੈਗੀਆਂ ਨੇ, ਵੀ ਉਲਟ ਨਹੀਂ ਬੋਲ ਸਕਦਾ ਸੰਯੁਕਤ ਮੋਰਚੇ ਦੇ, ਤੇ ਇਹਦੇ ਵਿੱਚ ਹੀ ਰਹਿ ਕੇ ਉਹ ਆਪਦੀ ਜਿਹੜੀ ਗੱਲਬਾਤ ਆ, ਤੇ ਹੇਠਾਂ ਤਾਂ ਕੋਈ ਬਾਹਰ ਬੈਠਾ ਰਹੇ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ। ਤੇ ਅਸੀਂ ਤਾਂ ਸਭ ਦਾ ਸਵਾਗਤ ਕਰਦੇ ਹਾਂ, ਕੋਈ ਆ ਜਾਵੇ ਮੋਰਚਾ ਲੈ ਕੇ। ਫਿਰ ਕਹਿੰਦੇ ਸੀ ਲੋਕ ਜਾਣਾ, ਪਾਰਲੀਮੈਂਟ ਜਾਣਾ, ਜਿਨ੍ਹਾਂ ਨੇ ਜਾਣਾ, ਅਸੀਂ ਤਾਂ ਕਹਿੰਦੇ ਚੱਲ ਦੇਖੋ ਇੱਕ ਸੜਕ ਅੱਡ ਮੰਨ ਲਓ। ਅਸੀਂ ਤਾਂ ਇਹ ਵੀ ਕਿਹਾ ਵੀ ਜੇ ਜ਼ਿਆਦਾ ਸਟਰੈਂਥ ਹੈਗੀ ਆਪਣੇ ਕੋਲ, ਇੱਕ ਆਪਾਂ ਹੋਰ ਸੜਕ ਲੈ ਲੈਂਦੇ ਹਾਂ, KMP ਘੇਰ ਲਓ। ਲੱਖਾ ਸਿਧਾਣਾ ਨੂੰ ਤਾਂ ਮਨਜ਼ੂਰੀ ਦੇਤੀ ਸੀਗੀ ਸਟੇਜ ਤੋਂ, ਪਰ ਦੀਪ ਸਿੱਧੂ
ਨਹੀਂ, ਦੀਪ ਸਿੱਧੂ ਨੂੰ ਨਹੀਂ ਦਿੱਤੀ ਸੀ ਮਨਜ਼ੂਰੀ, ਤੇ ਉਹ ਸੰਯੁਕਤ ਮੋਰਚੇ ਦਾ ਫੈਸਲਾ ਸੀਗਾ ਵੀ ਉਦੋਂ 26 ਤਰੀਕ ਨੂੰ ਵੀ ਸਾਨੂੰ ਬਿਨਾਂ ਪੁੱਛੇ ਉਹ ਗਏ ਨੇ, ਤੇ ਉਹਨਾਂ ਨੂੰ ਉਦੋਂ ਮਨਜ਼ੂਰੀ ਨਹੀਂ ਸੀ ਦਿੱਤੀ। ਪਰ ਅਸੀਂ ਕੇਸ ਸਾਰਿਆਂ ਦੇ ਲੜੇ ਆ, ਸਾਡੀਆਂ ਜਿਹੜੀਆਂ ਨੇ ਲੀਗਲ ਨੇ ਜ਼ਮਾਨਤਾਂ ਹੋਈਆਂ, ਤੇ ਪਰ ਉਹ ਜੋ ਗਲਤ ਹੋਇਆ ਅਸੀਂ ਕਿਸੇ ਤੇ ਬਲੇਮ ਨਹੀਂ ਕਰਦੇ, ਇਹ ਅਣਜਾਣੇ 'ਚ ਕਈ ਵਾਰ ਹੋ ਜਾਂਦਾ। ਸਰਕਾਰ ਨੇ ਜਾਣ ਕੇ ਇਹ ਕਰਾਇਆ, ਕਿਉਂਕਿ ਕਿਸਾਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਕਿੱਧਰ ਜਾਣਾ, ਲਾਲ ਕਿਲੇ ਤੇ ਜਾਣਾ। ਖੁਦ ਸਾਨੂੰ ਰੋਕਿਆ ਗਿਆ, ਮੇਰੀ ਗੱਡੀ ਨੂੰ ਰੋਕਿਆ ਗਿਆ। ਅਸੀਂ ਤੈਅ ਰੂਟ ਤੇ ਲੀਡਰ ਸਾਹਿਬਾਨ, ਅਸੀਂ ਓਪਨ ਗੱਡੀ 'ਚ ਜਾ ਰਹੇ ਸੀ, ਸਾਡੀ ਗੱਡੀ ਨੂੰ ਕਹਿੰਦੇ ਸੀ ਇੱਧਰ ਨੂੰ ਜਾਓ, ਧੱਕੇ ਨਾਲ ਅਸੀਂ ਤੈਅ ਰੂਟ ਤੇ ਗਏ। ਪਿੱਛੇ ਮੇਰੀ ਪਰਸਨਲ ਗੱਡੀ ਸੀ ਇਨੋਵਾ, ਉਹਨੂੰ ਰੋਕ ਕੇ ਕਹਿੰਦੇ ਭੰਨ ਦਾਂਗੇ, ਨਹੀਂ ਸਿੱਧਾ ਚੱਲ। ਉਹਨੂੰ ਮੈਨੂੰ ਫੋਨ ਆਇਆ, ਮੈਂ ਕਿਹਾ ਤੁਸੀਂ ਰੋਕ ਲਓ, ਜਿੱਥੇ ਕਹਿੰਦੇ ਚਲੇ ਜਾਓ। ਇਸ ਤਰ੍ਹਾਂ ਧੱਕੇ ਨਾਲ ਤੋਰਿਆ ਗਿਆ। ਕੋਈ ਇਹੋ ਜਿਹੀ ਗੜਬੜ ਕਰਨ ਦੀ ਕੋਈ ਸਾਡੀ ਇੱਛਾ ਨਹੀਂ ਸੀ, ਕੋਈ ਝੰਡੇ ਨੂੰ ਹਾਨੀ ਪਹੁੰਚਾਉਣ ਦੀ। ਦੇਖੋ ਤੁਸੀਂ ਕਿਸੇ ਨੂੰ ਲਾਇਆ ਨਹੀਂ, ਤੇ ਹੋਰ ਕੀ ਹੋ ਗਿਆ, ਕੇਸਰੀ ਨਿਸ਼ਾਨ ਆ, ਉਹ ਤਾਂ ਹਰ ਜਗ੍ਹਾ ਲੱਗਦਾ, ਇੱਕ ਪੋਲ ਤੇ ਲਾਤਾ, ਕੋਈ ਇਹੋ ਜਿਹੀ ਗੱਲ ਨਹੀਂ। ਲਖਵਾਲ ਸਾਹਿਬ, ਜਾਂਦਿਆਂ ਦੇ ਦਰਸ਼ਕਾਂ ਨੂੰ ਕੋਈ ਅਪੀਲ, ਕਿਸਾਨਾਂ ਨੂੰ ਕੋਈ ਅਪੀਲ? ਕਿਸਾਨਾਂ ਨੂੰ ਇਹੀ ਅਪੀਲ ਆ, ਅੰਦੋਲਨ ਚੜ੍ਹਦੀ ਕਲਾ 'ਚ, ਤੁਹਾਡੇ ਸਾਥ ਦੀ ਪੂਰੀ ਲੋੜ ਆ। ਤੁਸੀਂ ਵਿਹਲੇ ਹੋ ਜਾਓ, ਪਹਿਲਾਂ ਤਾਂ 26 ਤਰੀਕ ਨੂੰ ਗੁਰਦੁਆਰਾ ਅੰਬ ਸਾਹਿਬ 11 ਵਜੇ ਇਕੱਠੇ ਹੋਵੋ, ਨੇੜੇ ਤੇੜੇ ਦੇ ਸਾਰੇ ਜ਼ਿਲ੍ਹੇ ਇਕੱਠੇ ਹੋ ਕੇ ਉੱਥੇ ਆਓ, ਤੇ ਆਪਾਂ ਵੱਡਾ ਇੱਕ ਰੋਸ ਧਰਨਾ ਜਿਹੜਾ ਦਈਏ। ਪੰਜਾਬ, ਹਰਿਆਣਾ, ਸਾਰੇ ਜਿਹੜੇ ਸੁਣਦੇ ਹੋ ਸਰੋਤੇ ਕਿਸੇ ਵੀ ਦੇਸ਼ ਆਪਣੇ ਇਹਦੇ ਵਿੱਚ ਸੂਬੇ ਦੇ ਵਿੱਚ। ਤੇ ਦੂਸਰਾ, ਵਿਹਲੇ ਹੋਣ ਤੋਂ ਬਾਅਦ 10-15 ਦਿਨ 'ਚ ਝੋਨਾ ਨਿਪਟ ਜਾਣਾ, ਬਾਰੀਆਂ ਬੰਨ੍ਹ ਕੇ। ਅਸੀਂ ਇਹ ਨਹੀਂ ਕਹਿੰਦੇ ਕੋਈ ਇਕੱਠ ਕਰਨਾ ਜਾਂ ਉੱਥੇ ਮੇਲਾ ਲਾਉਣਾ, ਬਾਰੀਆਂ ਬੰਨ੍ਹ ਕੇ ਤੁਸੀਂ ਅੰਦੋਲਨ 'ਚ ਆਓ, ਅੰਦੋਲਨ ਨੂੰ ਹੋਰ ਮਜ਼ਬੂਤ ਕਰੀਏ, ਹੋਰ ਤਕੜਾ ਕਰੀਏ। ਫਿਰ ਆਉਣ ਵਾਲੇ ਦਿਨਾਂ 'ਚ ਜਦ ਇਹ ਅੰਦੋਲਨ, ਜਦ ਇਹ ਮੋਰਚੇ ਆਪਣੇ ਤਕੜੇ ਹੋ ਗਏ, ਜੇ ਇੱਥੇ ਇੰਨੀ ਸੰਖਿਆ ਵੱਧ ਗਈ, ਫਿਰ ਆਪਾਂ ਅਗਲਾ ਪ੍ਰੋਗਰਾਮ ਵੀ ਦੇ ਲਾਂਗੇ। ਇਹ ਤੁਹਾਡੇ ਨਾਲ ਹੀ ਆ, ਤੁਹਾਡੇ ਨਾਲ ਹੀ ਅਸੀਂ ਅੰਦੋਲਨ ਜਿੱਤਣਾ, ਤੇ ਤੁਸੀਂ, ਤੁਹਾਡੀ ਆਸ ਤੇ ਆ ਵੀ ਤੁਸੀਂ ਸਾਡੇ ਨਾਲ ਪੂਰਾ ਉਤਰੋਗੇ, ਤੇ ਲੀਡਰਸ਼ਿਪ ਵੀ ਤੁਹਾਡੇ ਨਾਲ ਪੂਰਾ ਖਰਾ ਉਤਰੂਗੀ। ਜੀ ਲਖਵਾਲ ਸਾਹਿਬ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਕੀਮਤੀ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ। ਸੋ ਇਹ ਸੀ ਹਰਿੰਦਰ ਲਖੋਵਾਲ, ਜਿਨ੍ਹਾਂ ਦੇ ਵੱਲੋਂ ਸਾਰੇ ਸਵਾਲਾਂ ਦਾ ਬਾਖੂਬੀ ਦੇ ਨਾਲ ਜਵਾਬ ਦਿੱਤਾ ਗਿਆ, ਤੇ ਦਰਸ਼ਕਾਂ ਨੂੰ ਅਪੀਲ ਵੀ ਕੀਤੀ ਗਈ, ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਮੋਰਚਾ ਜਿਹੜਾ ਆ ਸਿਖਰਾਂ ਤੇ ਪਹੁੰਚਿਆ ਹੋਇਆ। ਕਹਿ ਸਕਦੇ ਹਾਂ ਕਿ ਜਿੱਤ ਹੋ ਚੁੱਕੀ ਹੈ, ਬਸ ਐਲਾਨ ਹੋਣਾ ਬਾਕੀ ਹੈ, ਤੇ ਬਾਕੀ ਸਹਿਯੋਗ ਦੀ ਜਿਹੜੀ ਆ ਲੋੜ ਹੈ, ਕਿਉਂਕਿ ਏਕਤਾ ਦੇ ਵਿੱਚ ਹੀ ਬਲ ਹੈ, ਏਕਾ ਤੇ ਸਬਰ ਹੀ ਅਜਿਹੇ ਮੋਰਚੇ ਜਿਤਾਉਂਦਾ ਹੈ। ਅਗਲੇ ਪ੍ਰੋਗਰਾਮ ਦੇ ਵਿੱਚ ਮਿਲਦੇ ਹਾਂ ਕਿਸੇ ਹੋਰ ਮਹਿਮਾਨ ਦੇ ਨਾਲ। ਦਿਓ ਇਜਾਜ਼ਤ, ਧੰਨਵਾਦ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।